ਕਾਦਰੇ ਹਰਿ ਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਅਵੇਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਅਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ। ਸ਼ਰਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ। ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ। ਸ਼ਰਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ। ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ। ਸੰਤਨ ਕੀ ਸਰਣਾਈ ਰਹਾਓ। ਕਾਮ ਕ੍ਰੋਧ ਲੋਭ ਮੋਹ ਨਿਵਾਰੇ, ਨਿਵਰੇ ਸਗਲ ਬੈਰਾਈ। ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਤਹਿ ਨ ਭਇਓ ਦੂਰਾਈ। ਸੁਖ ਸੀਤਲ ਸਰਦਾ ਸਭ ਪੂਰੀ, ਹੋਏ ਸੰਤ ਸਹਾਈ। ਪਾਵਨ ਪਤਤ ਕੀਏ ਖਿਨ ਭੀਤਰ, ਮਹਿਮਾ ਕਥਨ ਨਾ ਜਾਈ। ਨਿਰਭਉ ਭਏ ਸਗਲ ਭੈ ਖੋਏ, ਗੋਬਿੰਦ ਚਰਨ ਓਟਾਈ। ਨਾਨਕ ਜਸ ਗਾਵੈ ਠਾਕੁਰ ਕਾ, ਰੈਣ ਦਿਨਸ ਲਿਵ ਲਾਈ। ਨਿਰਭਉ ਭਏ ਸਗਲ ਭੈ ਖੋਏ, ਗੋਬਿੰਦ ਚਰਨ ਓਟਾਈ। ਨਾਨਕ ਜਸ ਗਾਵੈ ਠਾਕੁਰ ਕਾ, ਰੈਣ ਦਿਨਸ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਜਗ ਦੀ ਜੋਤ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਇਹ ਪਵਿੱਤਰ ਸਤ ਸੰਗਤ ਦਾ ਸੁਭਾਗ ਸਮਾਂ ਆਪਾਂ ਨੂੰ ਸਵਾਸਾਂ ਦੇ ਸਫਲ ਕਰਨ ਲਈ ਪ੍ਰਾਪਤ ਹੋਇਆ ਹੈ। ਸਤ ਸੰਗਤ ਜੀ, ਅੱਜ ਚੌਜੀ ਪਾਤਸ਼ਾਹ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਦਿਨ ਹੈ। ਦੇਸ਼ ਦੀ ਧਰਤੀ 'ਤੇ ਕੱਲ੍ਹ ਦੇ ਦਿਨ ਇਹ ਦਿਨ ਲੰਘਿਆ ਹੈ
ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਸੱਚੇ ਪਾਤਸ਼ਾਹ ਜੀ ਨੇ ਇਹ ਖੇਡ ਵਰਤਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੋਣ ਕਰਕੇ ਅੱਜ ਦੀ ਕਥਾ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਜੋਤੀ ਜੋਤ ਗੁਰਪੁਰਬ ਨੂੰ ਸਮਰਪਿਤ ਹੋਵੇਗੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਲੱਗਿਆਂ ਮਹਾਰਾਜ ਜੀ ਨੇ ਜੋ ਸ਼ਬਦ ਹਜ਼ੂਰ ਨੇ ਆਪਣੇ ਅੱਗੇ ਅੱਗੇ ਰਾਗੀ ਸਿੰਘਾਂ ਨੂੰ ਪੜ੍ਹਨ ਦੀ ਆਗਿਆ ਕੀਤੀ ਸੀ, ਉਸ ਪਾਵਨ ਸ਼ਬਦ ਦੀ ਕਥਾ ਆਪਾਂ ਸਰਵਣ ਕਰਾਂਗੇ। ਇਹ ਪਵਿੱਤਰ ਸ਼ਬਦ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਉਂ ਆਗਿਆ ਕੀਤੀ ਪੜ੍ਹਨ ਦੀ। ਇਹ ਪਾਵਨ ਸ਼ਬਦ ਜੋਤੀ ਜੋਤ ਸਮਾਉਣ ਦੇ ਜੋ ਅਰਥ ਹਨ ਉਹਨਾਂ ਨੂੰ ਪ੍ਰਗਟ ਕਰਦਾ ਹੈ। ਜਿਸ ਕਾਰਜ ਵਾਸਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਸਾਰ ਵਿੱਚ ਆਏ, ਹਜ਼ੂਰ ਉਸ ਕਾਰਜ ਨੂੰ ਸੰਪੂਰਨ ਕਰਕੇ ਜਦੋਂ ਆਪਣੀ ਪਰਮ ਜੋਤ ਵਿੱਚ ਲੀਨ ਹੋਣ ਲੱਗੇ ਹੈ, ਮਹਾਰਾਜ ਸੱਚੇ ਪਾਤਸ਼ਾਹ ਉਸ ਸਮੇਂ ਆਪਣੇ ਮਨ ਅੰਦਰ ਖੁਸ਼ੀ ਦਾ ਪ੍ਰਗਟਾਵਾ ਕਰਦੇ ਆ। ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਸਤਿਗੁਰੂ ਜੀ ਜਦੋਂ ਸੰਸਾਰ ਵਿੱਚ ਅਵਤਾਰ ਧਾਰਨ ਲੱਗੇ ਹੈ, ਉਹ ਵੀ ਸਤਿਗੁਰਾਂ ਜੀ ਨੇ ਆਪਣੀ ਕਲਮ ਨਾਲ ਲਿਖਿਆ ਹੈ। ਮਹਾਰਾਜ ਜੀ ਨੇ ਕਿਹਾ, ਚਿਤ ਨਾ ਭਇਓ ਹਮਰੋ ਆਵਨ ਕਹਿ, ਚੁਬੀ ਰਹੀ ਸੁਰਤ ਪ੍ਰਭ ਚਰਨਨ ਮਹਿ। ਕਿ ਸੰਸਾਰ ਦੇ ਵਿੱਚ ਸਾਡਾ ਆਉਣ ਨੂੰ ਦਿਲ ਨਹੀਂ ਸੀ ਕਰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਡੀ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਮਿਲੀ ਹੋਈ ਸੀਗੀ, ਪਰ ਆਗਿਆ ਨੂੰ ਮੰਨਣਾ ਭਲਾ ਹੁੰਦਾ ਹੈ, ਹੁਕਮ ਮੰਨਣਾ ਭਲਾ ਹੁੰਦਾ ਹੈ। ਇਸ ਕਰਕੇ ਜਿਮ ਤਿਮ ਪ੍ਰਭ ਹਮ ਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਠਾਇਓ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਨੇ ਫਿਰ ਸਾਨੂੰ ਆਗਿਆ ਕੀਤੀ ਅਤੇ ਇਸ ਸੰਸਾਰ ਦੇ ਅੰਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਨੂੰ ਵਾਹਿਗੁਰੂ ਨੇ ਭੇਜਣਾ ਕੀਤਾ। ਇਹ ਆਗਿਆ ਕੀਤੀ ਕਿ ਜਾਹੇ ਤਹਾਂ ਤੁਮ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਇਹ ਹਜ਼ੂਰ ਨੇ ਆਪਣੀ ਕਲਮ ਨਾਲ ਸਤਿਗੁਰਾਂ ਜੀ ਨੇ ਲਿਖਿਆ ਹੈ। ਜਦੋਂ ਇਹਨਾਂ ਸਾਰੇ ਕਾਰਜਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਪੂਰਨ ਕਰ ਲਿਆ, ਨੰਦੇੜ ਸਾਹਿਬ ਦੀ ਪਾਵਨ ਧਰਤੀ 'ਤੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਸਰਗੁਣ ਸਰੂਪ ਨੂੰ ਆਪਣੀ ਪਰਮ ਜੋਤ ਵਿੱਚ ਲੈ ਕਰਨ ਲੱਗੇ ਹੈ। ਉਸ ਸਮੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਮਾਰੂ ਰਾਗ ਵਿੱਚ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਇਹ ਸਤਿਗੁਰਾਂ ਜੀ ਨੇ ਆਗਿਆ ਕੀਤੀ ਕਿ ਰਾਗੀ ਸਿੰਘ ਅੱਗੇ ਅੱਗੇ ਗਾਇਨ ਕਰਨ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਿਵੇਂ ਜੋਤੀ ਜੋਤ ਸਮਾਉਂਦੇ ਹੈ, ਸੰਖੇਪ ਰੂਪ ਵਿੱਚ ਉਹ ਆਪਣਾ ਪ੍ਰਸੰਗ ਸਰਵਣ ਕਰਾਂਗੇ, ਫਿਰ ਸ਼ਬਦ ਦੇ ਅਰਥ ਹੋਣਗੇ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਗੀਨਾ ਘਾਟ ਸਾਹਿਬ ਪਵਿੱਤਰ ਅਸਥਾਨ ਗੋਦਾਵਰੀ ਦੇ ਕੰਢੇ ਦੇ ਉੱਤੇ ਹਜ਼ੂਰ ਦੀ ਪਵਿੱਤਰ ਯਾਦਗਾਰ ਬਹੁਤ ਰਮਣੀਕ ਅਸਥਾਨ ਹੈ। ਸੱਚੇ ਪਾਤਸ਼ਾਹ ਜੀ ਨੇ ਇੱਥੇ ਆ ਕਰਕੇ ਹਜ਼ੂਰ ਨੇ ਉਤਾਰਾ ਕੀਤਾ ਸੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਸ ਦੱਖਣ ਦੇਸ਼ ਨੂੰ ਆਉਣ ਦੇ ਸੰਕੇਤ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜਾਬ ਦੀ ਧਰਤੀ 'ਤੇ ਹੀ ਮਹਾਰਾਜ ਜੀ ਨੇ ਸਾਬੋ ਕੀ ਤਲਵੰਡੀ ਵਿੱਚ ਹੀ ਦੇ ਦਿੱਤੇ ਸੀਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਜਦੋਂ ਦਿੱਲੀ ਆਉਂਦੇ ਹੈ, ਦਿੱਲੀ ਤੋਂ ਆਗਰੇ ਆਉਂਦੇ ਹੈ, ਬੇਅੰਤ ਕੌਤਕ ਵਰਤਾਉਂਦਿਆਂ ਹੋਇਆਂ ਰਸਤੇ ਵਿੱਚ ਜੀਆਂ ਦਾ ਭਲਾ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਇਸ ਪਾਵਨ ਧਰਤੀ 'ਤੇ ਜਦੋਂ ਆਏ ਅਤੇ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਫਿਰ ਆਗਿਆ ਕੀਤੀ ਕਿ ਖਾਲਸਾ ਜੀ ਇਹ ਸਤਿਯੁਗ ਦੀ ਸਾਡੀ ਨਗਰੀ ਹੈ। ਬਹੁਤ ਸਿੰਘ ਹੈਰਾਨ ਹੋਏ, ਬੜੇ ਅਸਚਰਜ ਹੋਏ। ਹਜ਼ੂਰ ਨੇ ਆਖਿਆ ਸਤਿਯੁਗ ਦੇ ਵਿੱਚ ਇਸ ਦਾ ਨਾਮ ਗੋਬਿੰਦ ਨਗਰੀ ਸੀਗਾ। ਇਹ ਨਦੀ ਉਸ ਸਮੇਂ ਦੁੱਧ ਦੀ ਵਗਦੀ ਸੀ। 40 ਕੋਹ ਚੁਗਿਰਦੇ ਇਹ ਘੁੱਗ ਨਗਰੀ ਵਸਦੀ ਸੀ। ਸੋਨੇ ਦੇ ਮਹਿਲ ਸਨ। ਬਹੁਤ ਖਾਲਸੇ ਸੁਣ ਸੁਣ ਕੇ ਹੈਰਾਨ ਹੋਏ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਕਿ 84 ਸਿੱਧ 9 ਨਾਥ ਇਸ ਧਰਤੀ 'ਤੇ ਹੀ ਸਮਾਏ ਹੈ। ਮਹਾਰਾਜ ਜੀ ਨੇ ਫਿਰ ਇਉਂ
ਹਜੂਰ ਨੇ ਆਪਣੀ ਰਸਨਾ ਤੋਂ ਬਚਨ ਕੀਤਾ ਕਿ ਖਾਲਸਾ ਸੀ ਸਾਡੇ ਵੀ ਤਪ ਦਾ ਅਸਥਾਨ ਇਸੇ ਹੀ ਧਰਤੀ 'ਤੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਖਾਲਸੇ ਦੇ ਬੇਨਤੀ ਕਰਨ ਤੋਂ ਆਪਣਾ ਅਸਥਾਨ ਮਹਾਰਾਜ ਜੀ ਨੇ ਪ੍ਰਗਟ ਕੀਤਾ। ਨਗੀਨਾ ਘਾਟ ਸਾਹਿਬ ਵਾਲੇ ਅਸਥਾਨ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਪਰਾ ਤੀਰ ਜਦੋਂ ਚਲਾਇਆ ਅਤੇ ਜਿੱਥੇ ਅੱਜ ਸਤਿਗੁਰਾਂ ਜੀ ਦਾ ਪਾਵਨ ਅਸਥਾਨ ਵਿਦਿਆਮਾਨ ਹੈ, ਇਸ ਅਸਥਾਨ 'ਤੇ ਆ ਕਰਕੇ ਤੀਰ ਲੱਗਿਆ ਸੀਗਾ। ਉਸ ਸਮੇਂ ਇਤਿਹਾਸਕਾਰ ਜ਼ਿਕਰ ਕਰਦੇ ਹੈ ਕਿ ਇੱਥੇ ਮਸੀਤ ਬਣ ਚੁੱਕੀ ਸੀਗੀ ਅਤੇ ਮੁਸਲਮਾਨਾਂ ਦਾ ਰਾਜ ਸੀ। ਬਹੁਤ ਜ਼ਿਆਦਾ ਉਸ ਸਮੇਂ ਇਸ ਗੱਲ ਦਾ ਰੌਲਾ ਪਿਆ ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਹਜ਼ੂਰੀ ਸਿੰਘਾਂ ਨੇ ਉੱਥੇ ਆਸਣ ਜਮਾਏ। ਬਹਾਦਰ ਸ਼ਾਹ ਵੀ ਦੱਖਣ ਦੇਸ਼ ਨੂੰ ਸਤਿਗੁਰੂ ਜੀ ਦੇ ਨਾਲ ਆਇਆ। ਜਦੋਂ ਇਸ ਗੱਲ ਦਾ ਬਹਾਦਰ ਸ਼ਾਹ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਜਿਹੜਾ ਹੈ ਮਸੀਤ ਦੇ ਉੱਤੇ ਗੁਰੂ ਜੀ ਦੇ ਸਿੰਘਾਂ ਨੇ ਕਬਜ਼ਾ ਕੀਤਾ ਏ, ਬਹਾਦਰ ਸ਼ਾਹ ਜਾਣਦਾ ਸੀ ਕਿ ਜਿਹੜਾ ਆਪਣਾ ਐਡਾ ਆਨੰਦਪੁਰ ਸਾਹਿਬ ਛੱਡ ਆਏ ਹੈ ਉਹ ਕਿਸੇ ਦੀ ਧਰਤੀ 'ਤੇ ਕਬਜ਼ਾ ਕਿਉਂ ਕਰਨਗੇ, ਇਸ ਦੇ ਵਿੱਚ ਜ਼ਰੂਰ ਕੋਈ ਭੇਦ ਹੈ। ਬਹਾਦਰ ਸ਼ਾਹ ਨੇ ਆਪਣੇ ਅਮੀਰ ਵਜ਼ੀਰ ਭੇਜੇ। ਕੁਝ ਇਤਿਹਾਸਕਾਰਾਂ ਜ਼ਿਕਰ ਕੀਤਾ ਬਹਾਦਰ ਸ਼ਾਹ ਆਪ ਵੀ ਆਇਆ, ਸੱਚੇ ਪਾਤਸ਼ਾਹ ਜੀ ਨੂੰ ਇਹ ਬੇਨਤੀ ਕਰਕੇ ਪੁੱਛਿਆ। ਮਹਾਰਾਜ ਜੀ ਨੇ ਕਿਹਾ ਕਿ ਭਾਈ ਇਹ ਸਾਡੀ ਧਰਤੀ ਹੈ। ਮਹਾਰਾਜ ਜੀ ਉਹ ਤਾਂ ਆਪਣੀ ਪੁਸ਼ਤਾਂ ਤੋਂ ਇਹ ਧਰਤੀ ਕਾਗਜ਼ਾਤ ਨੇ ਉਹਨਾਂ ਕੋਲ। ਸਤਿਗੁਰੂ ਜੀ ਨੇ ਕਿਹਾ ਕਿ ਭਾਈ ਸਭ ਇਕੱਠ ਜਿਹੜਾ ਹੈ ਉਹ ਪੰਚਾਂ ਦਾ ਕਰ ਲਓ, ਅਸੀਂ ਸਾਰਿਆਂ ਵਿੱਚ ਹੀ ਆਪਣੀ ਧਰਤੀ ਜਿਹੜੀ ਹੋਣ ਦਾ ਨਿਸ਼ਾਨੀਆਂ ਦਿਖਾ ਦੇਵਾਂਗੇ। ਇਉਂ ਸੱਚੇ ਪਾਤਸ਼ਾਹ ਜੀ ਦੇ ਹੁਕਮ ਮੁਤਾਬਕ ਬੜਾ ਫਿਰ ਉੱਥੇ ਜਿਹੜੇ ਨਵਾਬ ਸੀ ਉੱਥੋਂ ਦਾ ਉਹ ਆਪ ਆਇਆ। ਰਾਜੇ ਜਿਹੜਾ ਬਹਾਦਰ ਸ਼ਾਹ ਦੇ ਅਮੀਰ ਵਜ਼ੀਰ ਆਏ, ਬੜੇ ਪੰਚ ਆਦਿਕ ਜਿਹੜੇ ਮੌਲਵੀ ਸਭ ਆ ਕੇ ਇਕੱਠੇ ਹੋ ਕੇ ਪ੍ਰਾਪਤ ਹੋਏ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਗਰੀਬ ਨਵਾਜ਼ ਦੇ ਸਾਹਮਣੇ ਜਿਹੜੇ ਦਾਅਵੇਦਾਰ ਸਨ ਉਹਨਾਂ ਨੇ ਆਪਣੇ ਜਿਹੜੇ ਸੀ ਕਾਗਜ਼ ਪੱਤਰ ਉਹ ਵੀ ਕੱਢ ਕੇ ਰੱਖ ਦਿੱਤੇ ਕਿ ਵੇਖੋ ਇਹ ਸਾਡਾ ਪੁਸ਼ਤ ਦਰ ਪੁਸ਼ਤ ਅਸਥਾਨ ਚਲਿਆ ਆ ਰਿਹਾ, ਨਾਲੇ ਧਾਰਮਿਕ ਅਸਥਾਨ ਇੱਥੇ ਸਾਡਾ ਬਣਿਆ ਹੋਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਤੁਹਾਡਾ ਤਾਂ ਪੁਸ਼ਤਾਂ ਤੋਂ ਚਲਿਆ ਆ ਰਿਹਾ, ਸਾਡਾ ਯੁੱਗਾਂ ਤੋਂ ਚਲਿਆ ਆ ਰਿਹਾ। ਫਿਰ ਕਿਹਾ ਮਹਾਰਾਜ ਤੁਸੀਂ ਕੋਈ ਪਤਾ ਦੱਸੋ, ਕੋਈ ਨਿਸ਼ਾਨੀ ਦੱਸੋ। ਹਜੂਰ ਨੇ ਨਿਸ਼ਾਨੀ ਦੱਸ ਕਰਕੇ ਕਿਹਾ ਕਿ ਭਾਈ ਇੱਥੋਂ ਥਾਂ ਪੁੱਟ ਲਓ, ਸਾਡਾ ਆਸਣ ਜਿਹੜਾ ਹੈ ਤੁਹਾਨੂੰ ਥੱਲੋਂ ਪ੍ਰਾਪਤ ਹੋਵੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਆਗਿਆ ਨਾਲ ਜਦੋਂ ਉਸ ਥਾਂ ਨੂੰ ਖੋਦਿਆ ਗਿਆ ਅਤੇ ਉਸ ਤੋਂ ਥੱਲੇ ਜਿਹੜਾ ਸੀਗਾ ਸਾਰੇ ਜਿਹੜੇ ਚਿੰਨ੍ਹ ਜਿਹੜੇ ਸੀ ਗੁਰੂ ਸਾਹਿਬ ਦੇ ਆਸਣ ਦੇ ਪ੍ਰਾਪਤ ਹੋਏ। ਸਭ ਵੇਖ ਕਰਕੇ ਹੈਰਾਨ ਹੋ ਗਏ। ਫਿਰ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਭਾਵੇਂ ਕਿ ਜਿਹੜੇ ਆਪਣੇ ਕਾਗਜ਼ਾਤ ਲਈ ਫਿਰਦੇ ਸਨ ਉਹਨਾਂ ਨੂੰ ਪ੍ਰਤੀਤ ਹੋਇਆ ਕਿ ਜਗ੍ਹਾ ਇਹਨਾਂ ਦੀ ਹੈ, ਪਰ ਮਹਾਰਾਜ ਜੀ ਨੇ ਫਿਰ ਵੀ ਸੱਚੇ ਪਾਤਸ਼ਾਹ ਜੀ ਨੇ ਉਹ ਸਾਰਾ ਨੰਦੇੜ ਸ਼ਹਿਰ ਸੱਚੇ ਪਾਤਸ਼ਾਹ ਜੀ ਨੇ ਮੋਹਰਾਂ ਵਿਛਾ ਕੇ ਗਰੀਬ ਨਵਾਜ਼ ਜੀ ਨੇ ਖਰੀਦ ਲਿਆ। ਜਿੰਨਾ ਵੀ ਘੁੱਗ ਵਸਦਾ ਹੋਇਆ ਸ਼ਹਿਰ ਹੈ, ਜਿੰਨੀਆਂ ਵੀ ਸਰਕਾਰੀ ਇਮਾਰਤਾਂ ਨੇ, ਹਸਪਤਾਲ ਨੇ, ਰੇਲਵੇ ਸਟੇਸ਼ਨ ਹੈ, ਇਹ ਸਾਰਾ ਕੁਝ ਸਤਿਗੁਰਾਂ ਜੀ ਦੀ ਧਰਤੀ 'ਤੇ ਬਣਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਖਰੀਦੀ ਹੋਈ ਇਹ ਸਾਰੀ ਨੰਦੇੜ ਦੀ ਧਰਤੀ ਹੈ। ਖਾਲਸੇ ਨੂੰ ਵਿਰਾਸਤ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਦਿੱਤੀ ਹੈ। ਇਹ ਝਗੜਾ ਸਤਿਗੁਰਾਂ ਜੀ ਨੇ ਨਿਪਟਾ ਦਿੱਤਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਬੇਅੰਤ ਕੌਤਕ ਹਜੂਰ ਨੇ ਕੀਤੇ ਹੈ। ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਵਿਦਿਆਮਾਨ ਹਨ, ਜਿਨ੍ਹਾਂ ਅਸਥਾਨਾਂ ਦੇ ਨਾਲ ਇੱਕ ਇੱਕ ਸਾਖੀ ਜੁੜੀ ਹੋਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕੋਲ ਇੱਥੇ 2200 ਘੋੜਸਵਾਰ ਤਿਆਰ ਰਹਿੰਦੇ। ਇਵੇਂ ਵੀ ਜ਼ਿਕਰ ਆਉਂਦਾ ਹੈ ਕਿ ਹਜੂਰ ਦੇ ਆਉਣ ਕਰਕੇ 24,000 ਮਰਟਿਆਂ ਨੇ ਅੰਮ੍ਰਿਤ ਛਕ ਲਿਆ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਨਾਲ ਜੁੜ ਗਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਆਲੇ ਦੁਆਲੇ ਜੰਗਲਾਂ ਵਿੱਚ ਜਿੱਥੇ ਸਤਿਗੁਰੂ ਜੀ ਵਿਚਰਦੇ, ਸ਼ਿਕਾਰ ਖੇਡਦੇ, ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਉਪਦੇਸ਼ ਦੇ ਕੇ ਹਜੂਰ ਨਿਹਾਲ ਕਰਦੇ। ਹਜੂਰ ਦੀ ਹਜੂਰੀ ਦੇ ਅੰਦਰ ਬਹੁਤ ਵੱਡੀਆਂ ਰੌਣਕਾਂ ਲੱਗੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕਦੇ ਸਿੰਘ ਜੇ ਪ੍ਰੇਮ ਅਤੇ ਬੈਰਾਗ ਨਾਲ ਚੇਤਾ ਕਰਦਿਆਂ ਹੋਇਆਂ ਯਾਦ ਕਰਾਉਂਦੇ, ਮਹਾਰਾਜ
ਜੇ ਅੱਜ ਸਾਹਿਬਜ਼ਾਦੇ ਹੁੰਦੇ, ਸੱਚੇ ਪਾਤਸ਼ਾਹ ਜੀ ਮਹਾਰਾਜ ਕਦੇ ਵੀ ਉਸ ਗੱਲ ਨੂੰ ਚਿਤਾਰਦੇ ਤੱਕ ਨਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ। ਕਿਉਂਕਿ ਮਹਾਰਾਜ ਜਦੋਂ ਇੱਥੇ ਆਏ ਹੈ, ਹਜੂਰ ਸਾਰਾ ਹੀ ਸਰਬੰਸ ਲੁਟਾ ਕੇ ਆਏ ਸੱਚੇ ਪਾਤਸ਼ਾਹ ਜੀ ਮਹਾਰਾਜ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਇੱਥੇ ਬਰਾੜਾਂ ਨੇ ਤਨਖਾਹਾਂ ਮੰਗਣੀਆਂ। ਫਿਰ ਸੱਚੇ ਪਾਤਸ਼ਾਹ ਜੀ ਨੇ ਮਾਲ ਟੇਕੜੀ ਵਾਲੇ ਅਸਥਾਨ ਤੋਂ ਸਤਿਗੁਰਾਂ ਜੀ ਨੇ ਆਪਣਾ ਗੁਪਤ ਖਜ਼ਾਨਾ ਜਿਹੜਾ ਸੀ ਉਹਨੂੰ ਪ੍ਰਗਟ ਕਰਨਾ, ਤੇ ਭਰ ਭਰ ਕੇ ਖਚਰਾਂ ਮੋਹਰਾਂ ਦੀਆਂ ਫਿਰ ਸੰਗਤ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਸਤਿਗੁਰਾਂ ਜੀ ਨੇ ਮੰਗਾਈਆਂ, ਤੇ ਢਾਲਾਂ ਭਰ ਭਰ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਮੋਹਰਾਂ ਜਿਹੜੀਆਂ ਸੀ ਗਰੀਬ ਨਿਵਾਜ ਜੀ ਨੇ ਵੰਡੀਆਂ, ਬੇਅੰਤ ਬਖਸ਼ਿਸ਼ਾਂ ਕੀਤੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਹੀਰਾ ਘਾਟ ਪਵਿੱਤਰ ਅਸਥਾਨ, ਇੱਥੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਗਰੀਬ ਨਿਵਾਜ ਧਿਆਨ ਅਸਥਿਤ ਹੋਇਆ ਕਰਦੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਇੱਥੇ ਹੀ ਬਹਾਦਰ ਸ਼ਾਹ ਨੇ ਆ ਕੇ ਹੀਰਾ ਭੇਟ ਕੀਤਾ ਸੀਗਾ। ਸਤਿਗੁਰੂ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਹੈ ਜੋ ਮਾਤਾ ਸਾਹਿਬ ਕੌਰ ਜੀ ਦੇ ਨਾਮ ਤੇ ਪ੍ਰਸਿੱਧ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਦੁਪਹਿਰ ਦਾ ਲੰਗਰ ਹਜੂਰ ਛਕਿਆ ਕਰਦੇ, ਮਾਤਾ ਜੀ ਸੇਵਾ ਕਰਿਆ ਕਰਦੇ। ਸ਼ਿਕਾਰ ਘਾਟ ਵਾਲੀ ਪਹਾੜੀ ਜਿੱਥੇ ਮੂਲੇ ਖੱਤਰੀ ਦਾ ਮਹਾਰਾਜ ਜੀ ਨੇ ਉਧਾਰ ਕੀਤਾ, ਉਹ ਸੱਚੇ ਪਾਤਸ਼ਾਹ ਜੀ ਦੀਆਂ ਇਹ ਪਵਿੱਤਰ ਯਾਦਗਾਰਾਂ ਨੇ। ਬੰਦਾ ਘਾਟ ਸਾਹਿਬ ਪਵਿੱਤਰ ਸਥਾਨ ਜਿੱਥੇ ਸਤਿਗੁਰੂ ਜੀ ਨੇ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕਰਕੇ ਗੁਰਬਖਸ਼ ਸਿੰਘ ਨਾਮ ਦੇ ਕਰਕੇ ਹਜੂਰ ਨੇ ਗਰੀਬ ਨਿਵਾਜ ਨੇ ਜੜਤਾ ਤੇ ਕਾਇਰਤਾ ਨਾਸ਼ ਕਰਕੇ ਸੂਰਬੀਰ ਸਾਜਿਆ ਸੀਗਾ। ਇਹ ਸਤਿਗੁਰਾਂ ਜੀ ਦੇ ਪਵਿੱਤਰ ਸਥਾਨ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ 14 ਮਹੀਨੇ ਦਾ ਸਮਾਂ ਹਜੂਰ ਨੇ ਇਸ ਧਰਤੀ ਨੂੰ ਭਾਗ ਲਾਏ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਹ ਕੌਤਕ ਵਰਤਿਆ ਹੈ, ਜ਼ਿਕਰ ਆਉਂਦਾ ਹੈ ਗੁਲ ਖਾਂ ਤੇ ਆਤੁੱਲਾ ਖਾਨ ਇਹ ਵਜੀਦੇ ਦੇ ਪ੍ਰੇਰੇ ਹੋਏ ਸੱਚੇ ਪਾਤਸ਼ਾਹ ਜੀ ਨੂੰ ਮਾਰਨ ਵਾਸਤੇ ਇੱਥੇ ਆ ਪਹੁੰਚੇ ਸੀਗੇ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਬੜਾ ਇਹਨਾਂ ਨੇ ਆਪਣਾ ਇਤਬਾਰ ਬਣਾਇਆ। ਸਤਿਗੁਰੂ ਅੰਤਰਜਾਮੀ ਗਰੀਬ ਨਿਵਾਜ ਸਭ ਕੁਝ ਜਾਣਦੇ ਹੈ। ਹਜੂਰ ਨੇ ਆਪਣੇ ਸਰਗੁਣ ਸਰੂਪ ਨੂੰ ਅਲੋਪ ਕਰਨਾ ਨਾ, ਤੇ ਫਿਰ ਬਹਾਨਾ ਵੀ ਤਾਂ ਮਹਾਰਾਜ ਕੋਈ ਬਣਾਉਣਾ ਹੈ ਨਾ। ਕਿਉਂਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਜਿਹੜੀ ਸ਼ਸਤਰ ਨਾਲ ਸਰੀਰ ਦਾ ਅੰਤ ਹੋਣਾ ਨਾ, ਇਹ ਸਭ ਤੋਂ ਉੱਤਮ ਜਿਹੜਾ ਸਤਿਗੁਰੂ ਜੀ ਕਹਿੰਦੇ ਭਾਈ ਸਰੀਰ ਦਾ ਅੰਤ ਹੁੰਦਾ ਹੈ, ਜੋ ਸ਼ਸਤਰ ਦੇ ਨਾਲ ਸਰੀਰ ਦੀ ਸਮਾਪਤੀ ਹੋਣੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਇਹ ਬਚਨ ਕਹੇ ਹੈ ਕਿ ਸ਼ਸਤਰ ਦੇ ਲੱਗਣ ਨਾਲ ਸਰੀਰ ਪਵਿੱਤਰ ਹੋ ਜਾਂਦਾ ਹੈ। ਇਹ ਸਤਿਗੁਰੂ ਜੀ ਨੇ ਭਾਣਾ ਵਰਤਾਉਣਾ ਸੀ। ਗੁਲ ਖਾਂ ਨੂੰ ਸਤਿਗੁਰਾਂ ਜੀ ਨੇ ਬਹੁਤ ਜ਼ਿਆਦਾ ਆਪਣੇ ਨੇੜੇ ਕਈ ਵਾਰ ਬਿਠਾਉਣਾ। ਸਿੰਘਾਂ ਨੇ ਬੇਨਤੀ ਕਰਨੀ ਸੱਚੇ ਪਾਤਸ਼ਾਹ ਮੁਸਲਮਾਨ ਇਹਦਾ ਇਤਬਾਰ ਨਹੀਂ ਕਰਨਾ ਚਾਹੀਦਾ। ਸੱਚੇ ਪਾਤਸ਼ਾਹ ਜੀ ਨੇ ਫਿਰ ਇਉਂ ਬਚਨ ਕਹਿਣਾ, ਖਾਲਸਾ ਜੀ ਸਭ ਕੁਝ ਵਾਹਿਗੁਰੂ ਜੀ ਦੀ ਆਗਿਆ ਵਿੱਚ ਹੈ, ਤੁਹਾਨੂੰ ਚਿੰਤਾ ਨਹੀਂ ਕਰਨ ਦੀ ਕੋਈ ਲੋੜ ਨਹੀਂ। ਇਹ ਸੱਚੇ ਪਾਤਸ਼ਾਹ ਜੀ ਨੇ ਕਹਿ ਕੇ ਇਉਂ ਟਾਲ ਦੇਣਾ। ਇਸ ਨੇ ਦਾਅ ਵਿੱਚ ਰਹਿਣਾ। ਫਿਰ ਇਸ ਨੇ ਰਾਤ ਦਾ ਸਮਾਂ ਤੱਕ ਕਰਕੇ ਦੋਹਾਂ ਜਾਣਿਆਂ ਨੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਤੰਬੂ ਦੇ ਅੰਦਰ ਪ੍ਰਵੇਸ਼ ਕਰਕੇ ਹਜੂਰ ਦੇ ਪੇਟ ਦੇ ਅੰਦਰ ਜਿਹੜਾ ਸੀ ਭਰਮਾਂ ਵਾਰ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕੇ ਹੀ ਵਾਰ ਦੇ ਨਾਲ ਇਸ ਦੀ ਗਰਦਨ ਲਾਹ ਦਿੱਤੀ। ਤੇ ਜਦੋਂ ਆਵਾਜ਼ ਹੋਈ ਸਿੰਘ ਦੌੜ ਕੇ ਆਏ। ਮਹਾਰਾਜ ਦੇ ਹਜੂਰੀ ਦਾ ਸਿੰਘ ਸੀ ਭਾਈ ਲੱਖਾ ਸਿੰਘ। ਉਹ ਇਸ ਦੇ ਉੱਤੇ ਹਨੇਰੇ ਵਿੱਚ ਜਦੋਂ ਵਾਰ ਕਰ ਰਿਹਾ ਸੀ, ਸਤਿਗੁਰੂ ਜੀ ਨੇ ਆਵਾਜ਼ ਦੇ ਕੇ ਕਿਹਾ, ਭਾਈ ਉਹ ਤਾਂ ਅੱਗੇ ਹੀ ਮਰਿਆ ਪਿਆ ਹੈ। ਇਉਂ ਨੱਠਦੇ ਜਾਂਦੇ ਨੂੰ ਸਿੰਘਾਂ ਨੇ ਬਾਹਰ ਘੇਰ ਲਿਆ। ਤੁੱਲਾ ਖਾਨ ਉਹ ਵੀ ਮਾਰਿਆ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਹੁਤ ਗਹਿਰਾ ਜ਼ਖਮ ਲੱਗਿਆ। ਹਜੂਰ ਦੇ ਜਰਾ ਜਿਹੜੇ ਸੀ ਉਹਨਾਂ ਨੇ ਸੱਚੇ ਪਾਤਸ਼ਾਹ ਜੀ ਦਾ ਜ਼ਖਮ ਸਿਉਤਾ। ਇਉਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜ਼ਖਮ ਜਿਹੜਾ ਸੀ ਸੀਤਾ ਗਿਆ। ਤੇ 16 ਦਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜ਼ਖਮ ਦੇ ਭਰਨ ਨੂੰ ਲੱਗ ਗਏ। ਤੇ ਸੱਚੇ ਪਾਤਸ਼ਾਹ ਜੀ 16 ਦਿਨ ਬਾਅਦ ਹਜੂਰ ਫਿਰ ਦੀਵਾਨ ਸਜਾ ਕਰਕੇ ਇਸ਼ਨਾਨ ਸੋਧ ਕੇ ਸਤਿਗੁਰੂ ਜੀ ਤਖਤ ਤੇ ਦਰਸ਼ਨਾਂ ਲਈ ਸਤਿਗੁਰਾਂ ਜੀ ਨੇ ਤੇ ਸਮੇਂ ਬਰਾਜਣਾ ਕੀਤਾ। ਸੱਚੇ ਪਾਤਸ਼ਾਹ ਜੀ ਦੇ ਬੇਅੰਤ ਸੰਗਤਾਂ ਨੇ ਦਰਸ਼ਨ ਕੀਤੇ। ਫਿਰ ਚਹਿਲ ਪਹਿਲ ਹੋਣ ਲੱਗੀ, ਬੜੀਆਂ ਰੌਣਕਾਂ ਲੱਗਣ ਲੱਗੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਬਹਾਦਰ ਸ਼ਾਹ ਦੇ ਵਜ਼ੀਰ ਚੱਲ ਕਰਕੇ ਆਏ, ਕਿਉਂਕਿ ਇਹਨੂੰ ਵੀ ਪਤਾ ਲੱਗਾ ਕਿ ਮਹਾਰਾਜ ਦੇ ਉੱਪਰ ਵਾਰ ਕੀਤਾ ਕਿਸੇ ਨੇ, ਬਹੁਤ ਗਹਿਰਾ ਜ਼ਖਮ ਲੱਗਾ ਹੈ।
ਸਤਿਗੁਰੂ ਜੀ ਦੇ ਜਿਹੜਾ ਸੀ ਸਰੀਰ ਦੀ ਸੁੱਖ ਆਨੰਦ ਪੁੱਛਣ ਲਈ ਬਹਾਦਰ ਸ਼ਾਹ ਨੇ ਆਪਣੇ ਵਜ਼ੀਰ ਭੇਜੇ ਸਨ। ਇਹ ਹਜੂਰ ਦੀ ਹਜੂਰੀ ਵਿੱਚ ਜਿਸ ਵਕਤ ਚੱਲ ਕਰਕੇ ਆਏ, ਇਹਨਾਂ ਨੇ ਸਤਿਗੁਰਾਂ ਜੀ ਨੂੰ ਸੁੱਖ ਆਨੰਦ ਪੁੱਛੀ ਹੈ। ਮਹਾਰਾਜ ਨੂੰ ਮੱਥਾ ਟੇਕ ਕੇ ਪਿੱਛੇ ਬੈਠ ਗਏ ਹੈ। ਸੱਚੇ ਪਾਤਸ਼ਾਹ ਜੀ ਦੇ ਹਜੂਰ ਪਏ ਹੋਏ ਸ਼ਸਤਰ ਵੇਖ ਕਰਕੇ ਆਪਣੇ ਮਨ ਵਿੱਚ ਸ਼ੰਕਾ ਕਰਨ ਲੱਗੇ, ਕਿਉਂਕਿ ਮਹਾਰਾਜ ਦੇ ਕੋਲ ਕਠੋਰ ਧਨੁਸ਼ ਪਏ ਹੋਏ ਸਨ। ਇਹਨਾਂ ਨੇ ਸ਼ੰਕਾ ਕੀਤਾ ਕਿ ਇਹ ਸ਼ਸਤਰ ਤਾਂ ਬੜੇ ਵੱਡੇ ਆ, ਕਠੋਰ ਨੇ, ਸਖਤ ਨੇ। ਹਜੂਰ ਨੇ ਆਪਣੇ ਕੋਲ ਐਵੇਂ ਦਿਖਾਉਣ ਨੂੰ ਹੀ ਸ਼ਾਇਦ ਰੱਖੇ ਹੈ, ਕਿਉਂਕਿ ਮਹਾਰਾਜ ਦਾ ਸਰੀਰ ਕੋਮਲ ਵੈ, ਇਹ ਏਡਾ ਵੱਡਾ ਸ਼ਸਤਰ ਕਿਵੇਂ ਚਲਾ ਸਕਦੇ ਹੈ। ਉਹਨਾਂ ਦੇ ਮਨ ਦੀ ਇਹ ਸ਼ੰਕਾ ਸਤਿਗੁਰਾਂ ਜੀ ਨੇ ਨਿਵਰਤ ਕਰਨ ਲਈ ਮਹਾਰਾਜ ਜੀ ਨੇ ਤੇ ਸਮੇਂ ਉਸ ਧਨਖ ਨੂੰ ਉਠਾਇਆ। ਸ਼ਸਤਰਾਂ ਨਾਲ ਅਤ ਪਿਆਰ ਕਰਦੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ। ਹਜੂਰ ਨੇ ਜਿਸ ਸਮੇਂ ਉਸ ਧਨੁਸ਼ ਨੂੰ ਉਠਾਇਆ, 9 ਟੰਕਾਂ ਦਾ ਮਹਾਰਾਜ ਜੀ ਦਾ ਧਨੁਸ਼, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਖੱਬੀ ਬਾਜੂ ਦੇ ਨਾਲ ਜਿਸ ਸਮੇਂ ਗੋਸ਼ੇ ਨੂੰ ਨਵਾਇਆ ਹੈ ਸਰੀਰ ਦੇ ਅੰਦਰ, ਕਿਉਂਕਿ ਕੇਵਲ ਅਜੇ 16 ਦਿਨ ਬੀਤੇ ਆ ਸੱਚੇ ਪਾਤਸ਼ਾਹ ਜੀ ਦੇ ਜ਼ਖਮ ਜਿਹੜੇ ਅੱਲੇ ਹਨ। ਤੇ ਸੱਚੇ ਪਾਤਸ਼ਾਹ ਨੇ ਜਦੋਂ ਗੋਸ਼ੇ ਨੂੰ ਨਵਾ ਕਰਕੇ ਕਮਾਨ ਦੀ ਤੰਦੀ ਨੂੰ ਚਾੜਿਆ ਹੈ, ਉਸੇ ਸਮੇਂ ਹੀ ਸਰੀਰ ਦੇ ਅੰਦਰ ਖਿੱਚ ਪਈ ਹੈ, ਪਰ ਸਤਿਗੁਰਾਂ ਜੀ ਨੇ ਪਰਵਾਹ ਨਹੀਂ ਮੰਨੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਫਿਰ ਤੰਦੀ ਤੇ ਤੀਰ ਚਾੜ ਕੇ ਜਿਸ ਵਕਤ ਮਹਾਰਾਜ ਨੇ ਉਸ ਸਖਤ ਧਨਖ ਨੂੰ ਖਿੱਚਿਆ, ਉਸ ਦੇ ਵਿੱਚੋਂ ਚਰੜਾਉਣ ਦੀ ਆਵਾਜ਼ ਆਈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ 1 2 3 4 ਕਰਕੇ 5 ਤੀਰ ਮਹਾਰਾਜ ਚਲਾ ਦਿੱਤੇ, ਪਰ ਹਜੂਰ ਦਾ ਸੀਤਾ ਹੋਇਆ ਜ਼ਖਮ ਜਿਹੜਾ ਸੀ ਉਹ ਪਾਟ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੀਰ ਵਿੱਚੋਂ ਲਹੂ ਵਹਿਣ ਲੱਗਾ। ਜਦੋਂ ਇਉਂ ਹਾਲਤ ਫਿਰ ਸਿੰਘਾਂ ਨੇ ਵੇਖੀ, ਬਹੁਤ ਜ਼ਿਆਦਾ ਸਭ ਦੇ ਮਨ ਉਦਾਸ ਤੇ ਉਪਰਾਮ ਹੋਏ। ਜਰਾਹਾਂ ਵਾਸਤੇ ਭੱਜ ਕੇ ਹਕੀਮਾਂ ਦੇ ਬੁਲਾਉਣ ਲਈ ਯਤਨ ਕਰਨ ਲੱਗੇ। ਫਿਰ ਸਤਿਗੁਰਾਂ ਜੀ ਨੇ ਆਗਿਆ ਕੀਤੀ ਕਿ ਖਾਲਸਾ ਜੀ, ਸਾਨੂੰ ਹੁਣ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਹੈ। ਅਸੀਂ ਜਿਹੜੇ ਕਾਰਜ ਕਰਨ ਵਾਸਤੇ ਸੰਸਾਰ ਵਿੱਚ ਆਏ ਸਾਂ, ਵਾਹਿਗੁਰੂ ਜੀ ਨੇ ਉਹ ਸਾਰੇ ਕਾਰਜ ਸਾਥੋਂ ਸੰਪੂਰਨ ਕਰਵਾਏ ਹੈ। ਸਾਨੂੰ ਹੁਣ ਵਾਹਿਗੁਰੂ ਜੀ ਦਾ ਹੁਕਮ ਹੈ, ਅਸੀਂ ਇਸ ਫਾਨੀ ਸੰਸਾਰ ਤੋਂ ਕੂਚ ਕਰਾਂਗੇ, ਸਾਡਾ ਅਸਵਾਰਾ ਹੋਵੇਗਾ। ਇਹ ਸਤਿਗੁਰਾਂ ਜੀ ਨੇ ਜਿਸ ਸਮੇਂ ਬਚਨ ਕਹੇ, ਸਭ ਸਿੰਘ ਬੈਰਾਗ ਕਰਨ ਲੱਗ ਗਏ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਫਿਰ ਬੇਨਤੀ ਕੀਤੀ, ਗਰੀਬ ਨਵਾਜ਼ ਮਹਾਰਾਜ, ਆਪਣੇ ਖਾਲਸੇ ਨੂੰ ਆਪ ਕਿਹਦੇ ਲੜ ਲਾ ਚੱਲੇ ਹੋ। ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਬਚਨ ਕਹੇ ਸੀ, ਜੋ ਹਜੂਰ ਦੀ ਹਜੂਰੀ ਵਿੱਚ ਸਾਖੀ ਵੀ ਮਹਾਰਾਜ ਸਾਹਿਬ ਜੀ ਦੇ ਜੋਤੀ ਜੋਤ ਪੁਰਬ 'ਤੇ ਸੁਣਾਈ ਜਾਂਦੀ ਹੈ, ਉਸ ਵਿੱਚ ਵੀ ਇਹ ਬਚਨ ਅੰਕਿਤ ਨੇ। ਮਹਾਰਾਜ ਸਾਹਿਬ ਜੀ ਨੇ ਆਖਿਆ ਕਿ ਅਸੀਂ ਖਾਲਸਾ ਅਕਾਲ ਪੁਰਖ ਵਾਹਿਗੁਰੂ ਨੂੰ ਸੌਂਪਿਆ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਕਿ ਖਾਲਸਾ ਜੀ, ਅਸੀਂ ਇਹ ਵੀ ਰਸਮ ਜਿਹੜੀ ਹੈ ਉਹ ਜ਼ਰੂਰ ਕਰਾਂਗੇ। ਇਹ ਮਹਾਰਾਜ ਸਾਹਿਬ ਜੀ ਨੇ ਜਦੋਂ ਆਗਿਆ ਕੀਤੀ ਤੇ ਸਤਿਗੁਰਾਂ ਜੀ ਨੇ ਜੋ ਦੂਜ ਦਾ ਗੁਰਪੁਰਬ ਲੰਘਿਆ ਹੈ, ਮਹਾਰਾਜ ਜੀ ਨੇ ਆਗਿਆ ਕੀਤੀ ਕਿ ਇਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇ, ਵੱਡਾ ਦੀਵਾਨ ਸਜਾਇਆ ਜਾਵੇ। ਜਿੱਥੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਦਿਮਾਨ ਹੈ, ਇਸ ਅਸਥਾਨ 'ਤੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਇਆ। ਤੇ ਸੱਚੇ ਪਾਤਸ਼ਾਹ ਨੇ ਕੱਤਕ ਸੁਦੀ ਦੂਜ ਨੂੰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸਤਿਗੁਰਾਂ ਜੀ ਨੇ ਆਪ ਖੜੇ ਹੋ ਕਰਕੇ 5 ਸਿੰਘ ਸਤਿਗੁਰਾਂ ਜੀ ਨੇ ਤਾਬਿਆ ਖੜੇ ਕੀਤੇ ਹੈ। ਹਜੂਰ ਨੇ ਵੱਡੀ ਸ੍ਰੀ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਭੇਟ ਕੀਤੀ ਹੈ। ਫਿਰ ਸਤਿਗੁਰਾਂ ਜੀ ਨੇ 5 ਪੈਸੇ ਤੇ ਨਾਰੀਅਲ ਭੇਟ ਕੀਤੀ ਹੈ, ਜੋ ਵੱਡਿਆਂ ਸਤਿਗੁਰਾਂ ਜੀ ਨੇ ਮਰਿਆਦਾ ਚਲਾਈ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਾ ਮਸਤਕ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਤਿਗੁਰਾਂ ਜੀ ਨੇ ਸੀਸ ਰੱਖਦਿਆਂ ਹੋਇਆਂ ਇਉਂ ਮੱਥਾ ਟੇਕਿਆ। ਮਹਾਰਾਜ ਜੀ ਨੇ ਫਿਰ ਸਤਿਗੁਰਾਂ ਜੀ ਨੇ 5 ਪਰਿਕਰਮਾ ਕੀਤੀ ਹੈ। 5 ਪਰਿਕਰਮਾ ਕਰਕੇ ਮਹਾਰਾਜ ਜੀ ਨੇ ਇਹ ਵਾਕ ਕਹੇ ਸੀ ਕਿ ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਮਰਿਆਦਾ, ਇਹ ਨਿਯਮ ਸਤਿਗੁਰਾਂ ਜੀ ਨੇ ਆਪਣੇ ਹੱਥੀਂ ਹਜੂਰ ਨੇ ਪੂਰਾ ਕੀਤਾ। ਇਸ ਕਰਕੇ ਕੋਈ ਸਰੀਰ ਜਿਹੜਾ ਨਾ ਉਹ ਗੁਰੂ ਨਹੀਂ ਹੋ ਸਕਦਾ। ਇਹ ਪ੍ਰਥਾ ਆਪ ਸਤਿਗੁਰਾਂ ਜੀ ਨੇ ਬੰਦ ਕਰ ਦਿੱਤੀ। ਆਖਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ
ਸ਼ਬਦ ਗੁਰੂ ਨੂੰ ਜਿਹੜੀ ਹੈ ਪ੍ਰਧਾਨਤਾ ਦਿੱਤੀ ਹੈ। ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਸੌਂਪੀ ਹੈ। ਖਾਲਸਾ ਜੋ ਹੈ, ਪੰਥ ਜੋ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪੰਥ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਮਾਣ ਗਰੀਬ ਨਵਾਜ ਕਹਿੰਦੇ ਆ ਪ੍ਰਾਪਤ ਹੈ। ਜਿਹੜਾ ਸਤਿਗੁਰਾਂ ਜੀ ਨੇ ਉਸ ਸਮੇਂ ਬਚਨ ਕਿਹਾ ਸੀ ਕਿ ਸਾਡੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਿਰਾਜਮਾਨ ਹੈ ਅਤੇ ਸਾਡਾ ਸਰੀਰ ਜਿਹੜਾ ਹੈ ਉਹ ਪੰਥ ਦੇ ਅੰਦਰ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਆਗਿਆ ਕੀਤੀ ਸੀ। ਸਿੰਘਾਂ ਨੇ ਭਾਵੇਂ ਬੇਨਤੀ ਕੀਤੀ ਸੀ ਨਾ ਕਿ ਮਹਾਰਾਜ ਸਾਡੇ ਪ੍ਰਸ਼ਨਾਂ ਦੇ ਆਪ ਉੱਤਰ ਦਿੰਦੇ ਸੀ। ਮਹਾਰਾਜ ਅਸੀਂ ਹੁਣ ਕਿਹਦੇ ਕੋਲੋਂ ਆਪਣੇ ਪ੍ਰਸ਼ਨਾਂ ਦੇ ਉੱਤਰ ਪੁੱਛਾਂਗੇ। ਅਤੇ ਮਹਾਰਾਜ ਨੇ ਉਸ ਸਮੇਂ ਜੋ ਬਚਨ ਕਹੇ ਇਤਿਹਾਸ ਵਿੱਚ ਅੰਕਿਤ ਨੇ, ਜੋ ਮੁਝ ਬਚਨ ਸੁਣਨ ਕੇ ਚਾਏ, ਸੁਨੋ ਗ੍ਰੰਥ ਹਿਤ ਚਿਤ ਲਾਏ, ਮੇਰੋ ਰੂਪ ਗ੍ਰੰਥ ਜੀ ਜਾਨ, ਇਸ ਮੈਂ ਭੇਦ ਨਾ ਰੰਚਕ ਮਾਨ। ਇਹ ਵਾਕ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਉੱਪਰ ਮਹਾਰਾਜ ਸਥਾਪਨ ਕੀਤਾ ਸੱਚੇ ਪਾਤਸ਼ਾਹ ਨੇ। ਭਾਵੇਂ ਕਿ ਮਹਾਰਾਜ ਜੀ ਨੇ ਆਦਿ ਕਾਲ ਤੋਂ ਹੀ ਸ਼ਬਦ ਨੂੰ ਵੱਡਾ ਕਿਹਾ ਹੈ, ਸ਼ਬਦ ਨੂੰ ਗੁਰੂ ਕਿਹਾ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪਣੇ ਤੋਂ ਵੱਡੀ ਵਡਿਆਈ ਗੁਰੂ ਗ੍ਰੰਥ ਸਾਹਿਬ ਜੀ ਦੀ ਕਹੀ। ਸੱਚੇ ਪਾਤਸ਼ਾਹ ਜੀ ਆਪਣਾ ਗੁਰਿਆਈ ਤਖਤ ਵੀ ਗਰੀਬ ਨਵਾਜ ਨੇ 10ਵੇਂ ਜਾਮੇ ਵਿੱਚ ਫਿਰ ਇਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ ਕੇ ਇਹ ਰਸਮਾਂ ਸਤਿਗੁਰਾਂ ਜੀ ਨੇ ਪੂਰੀਆਂ ਕੀਤੀਆਂ। ਫਿਰ ਸਤਿਗੁਰਾਂ ਜੀ ਨੇ ਆਗਿਆ ਕੀਤੀ ਕਿ ਭਾਈ ਹੁਣ ਸਾਡਾ ਪੰਚਮੀ ਨੂੰ ਅਸਵਾਰਾ ਹੋਵੇਗਾ। ਕੋਈ ਵੀ ਰਾਤ ਨੂੰ ਜਿਹੜਾ ਹੈ ਨਾ ਉਹ ਆਰਾਮ ਨਾ ਕਰੇ, ਜਾਗ ਕੇ ਕੀਰਤਨ ਕਰੋ ਅਤੇ ਦੀਪਮਾਲਾ ਕਰੋ। ਇਹ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ। ਸਾਰਾ ਨੰਦੇੜ ਸ਼ਹਿਰ ਜਿਹੜਾ ਸੀ ਜਗਮਗਾ ਉੱਠਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਘਰ ਦੇ ਵਿੱਚ ਪੱਕੇ ਭੰਡਾਰੇ ਚੱਲਦੇ ਸਨ। ਬਹੁਤ ਖੁੱਲ੍ਹੇ ਲੰਗਰ ਚਲਾਉਣ ਦੀ ਮਹਾਰਾਜ ਦੀ ਆਗਿਆ ਹੋਈ। ਕੋਈ ਸਤਿਗੁਰਾਂ ਜੀ ਦੇ ਲੰਗਰ 'ਚੋਂ ਭੁੱਖਾ ਨਾ ਮੁੜਿਆ। ਜਿਹੜੀਆਂ ਗੁਪਤ ਪ੍ਰਗਟ ਰੂਹਾਂ ਸੀ ਸਭ ਨੰਦੇੜ ਸ਼ਹਿਰ ਨੂੰ ਜਿਹੜੀਆਂ ਸੀ ਧਾ ਕੇ ਆਉਣ ਲੱਗੀਆਂ ਕਿ ਪੰਥਵਾਲੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰੀਏ, ਕਿਉਂਕਿ ਐਸਾ ਸਰੂਪ ਦੁਬਾਰਾ ਮਨੁੱਖਾ ਸਰੀਰ ਵਿੱਚ ਵੇਖਣ ਨੂੰ ਨਹੀਂ ਪ੍ਰਾਪਤ ਹੋਵੇਗਾ। ਕਿਉਂਕਿ ਸਾਰੀ ਕਾਇਨਾਤ ਦੀ ਸੁੰਦਰਤਾ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਜੀ ਦਾ ਸਰਗੁਣ ਰੂਪ ਦਾ ਦਰਸ਼ਨ ਕਰਨ ਲਈ ਬਹੁਤ ਉਦਾਸੀ ਮਹਾਤਮਾ ਕੀ ਪੀਰ ਫਕੀਰ ਸਭ ਆਉਣ ਲੱਗੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ। ਜਦੋਂ ਫਿਰ ਪੰਚਮੀ ਦਾ ਦਿਨ ਸੀ, ਸੱਚੇ ਪਾਤਸ਼ਾਹ ਜੀ ਨੇ ਚੰਦਨ ਦੀ ਚਿਖਾ ਸਜਾਉਣ ਦੀ ਮਹਾਰਾਜ ਸੱਚੇ ਪਾਤਸ਼ਾਹ ਆਗਿਆ ਕੀਤੀ ਸੀ ਗਰੀਬ ਨਵਾਜ ਜੀ ਨੇ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਪ ਤਿਆਰਾ ਕੀਤਾ ਗਰੀਬ ਨਵਾਜ ਨੇ, ਉਸ ਸਮੇਂ ਘੋੜੇ 'ਤੇ ਸਵਾਰ ਸਤਿਗੁਰੂ ਜੀ ਜਦੋਂ ਚੱਲੇ ਹੈ, ਐਡਾ ਵੱਡਾ ਇਕੱਠ, ਹਰ ਕੋਈ ਮਹਾਰਾਜ ਜੀ ਦਾ ਦਰਸ਼ਨ ਕਰ ਰਿਹਾ ਅਤੇ ਹਰੇਕ ਨੂੰ ਇਉਂ ਪ੍ਰਤੀਤ ਹੋ ਰਿਹਾ ਜਿਵੇਂ ਮਹਾਰਾਜ ਜੀ ਮੇਰੇ ਵੱਲ ਵੇਖ ਰਹੇ ਹੋਣ। ਭਾਈ ਹਰ ਸਿੰਘ ਜੀ ਨੇ ਮਹਾਰਾਜ ਦੇ ਜਦੋਂ ਚਰਨ ਪਰਸਣੇ ਚਾਹੇ, ਹਜ਼ੂਰ ਦੇ ਚਰਨ ਪਰਸੇ ਨਾ ਗਏ ਅਤੇ ਫਿਰ ਬੇਨਤੀ ਕੀਤੀ, ਮਹਾਰਾਜ ਜੀ ਆਪ ਦੇ ਚਰਨ ਜਿਹੜੇ ਉਹ ਪਰਸੇ ਨਹੀਂ ਜਾ ਰਹੇ ਸੱਚੇ ਪਾਤਸ਼ਾਹ। ਗਰੀਬ ਨਵਾਜ ਨੇ ਕਿਹਾ, ਭਾਈ ਹਰ ਸਿੰਘ ਜੀ ਸਾਡਾ ਸਰੂਪ ਤੁਹਾਨੂੰ ਕੇਵਲ ਦਿਸਣ ਮਾਤਰ ਦਿਸਦਾ ਹੈ। ਅਸੀਂ ਪਹਿਲਾਂ ਹੀ ਤੱਤਾਂ 'ਚ ਤੱਤ ਮਿਲਾ ਦਿੱਤੇ ਆ, ਸਾਡੇ ਚਰਨ ਤੁਹਾਡੇ ਹੱਥ ਵਿੱਚ ਨਹੀਂ ਆਉਣਗੇ। ਪ੍ਰਕਾਸ਼ ਸਰੂਪ ਹੈ ਸਾਡਾ ਅਸਲ ਸਰੂਪ। ਇਹ ਗਰੀਬ ਨਵਾਜ ਜੀ ਨੇ ਬਚਨ ਕਹੇ। ਕਵੀ ਭਾਈ ਸੰਤੋਖ ਸਿੰਘ ਜੀ ਨੇ ਅੰਮ੍ਰਿਤ ਵੇਲੇ ਦਾ ਉਸ ਦਿਨ ਦਾ ਤਿਆਰਾ ਸਤਿਗੁਰਾਂ ਜੀ ਦਾ ਬੜਾ ਅਲੌਕਿਕ ਲਿਖਿਆ ਹੈ ਕਿ ਮਹਾਰਾਜ ਪਹਿਰ ਰਾਤ ਰਹਿੰਦੀ ਸੱਚੇ ਪਾਤਸ਼ਾਹ ਨਿਯਮ ਨਾਲ ਜਾਗ ਪਏ ਗਰੀਬ ਨਵਾਜ ਜੀ। ਉਸ ਦਿਨ ਸਤਿਗੁਰਾਂ ਜੀ ਨੇ ਫਿਰ ਸਣ ਕੇਸੀ ਇਸ਼ਨਾਨ ਕੀਤਾ। ਝੰਡੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਕੇਸ ਹਰੇ ਕੀਤੇ। ਖੁਸ਼ਬੂ ਦੀ ਧੂਫ ਜਿਹੜੀ ਸੀ ਉਹ ਦਿੱਤੀ ਸੱਚੇ ਪਾਤਸ਼ਾਹ ਜੀ ਦੇ ਕੇਸਾਂ ਨੂੰ ਸੇਵਾਦਾਰਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਗਰੀਬ ਨਵਾਜ ਜੀ ਕੁਝ ਸਮਾਂ ਜਿਹੜਾ ਸੀ ਮਹਾਰਾਜ ਧਿਆਨ ਅਸਥਿਤ ਹੋਏ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਤਿਆਰਾ ਕੀਤਾ। ਜਦੋਂ ਮਹਾਰਾਜ ਆਪਣੇ ਵਸਤਰ ਪਹਿਨੇ ਹੈ, ਉਹ ਉਸ ਸਾਖੀ ਵਿੱਚ ਵੀ ਜ਼ਿਕਰ ਹੈ ਕਿ ਮਹਾਰਾਜ ਨੇ ਉਸ ਦਿਨ ਪੀਲੇ ਵਸਤਰ ਸਤਿਗੁਰਾਂ ਜੀ ਨੇ ਧਾਰਨ ਕੀਤੇ। ਇਹ ਖੁਸ਼ੀ ਦਾ ਚਿੰਨ੍ਹ ਹੁੰਦਾ ਹੈ ਇਹ ਰੰਗ ਵੀ, ਕਿਉਂਕਿ ਸੱਚੇ ਪਾਤਸ਼ਾਹ ਜੀ ਆਪਣੀ ਹੁਣ ਪਰਮ ਜੋਤ ਵਿੱਚ ਲੀਨ ਹੋਣ ਵਾਸਤੇ ਮਹਾਰਾਜ ਬਹੁਤ ਪ੍ਰਸੰਨ ਚਿੱਤ ਹੈ। ਬਹੁਤ ਸੱਚੇ ਪਾਤਸ਼ਾਹ ਖੁਸ਼ੀ ਦੇ ਸਹਿਤ ਗਰੀਬ ਨਵਾਜ ਜੀ ਗਮਨ ਕਰਨ ਲੱਗੇ ਆ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ
ਜਦੋਂ ਪੀਲਾ ਹੀ ਦਸਤਾਰਾ ਸੱਚੇ ਪਾਤਸ਼ਾਹ ਜੀ ਨੇ ਸਜਾਇਆ, ਪੀਲਾ ਹੀ ਸਤਿਗੁਰਾਂ ਜੀ ਨੇ ਚੋਲਾ ਪਹਿਨਿਆ ਹੈ, ਤੇ ਗਰੀਬ ਨਵਾਜ ਨੇ ਸਨੱਧਬੱਧ ਜਿਵੇਂ ਸ਼ਸਤਰ ਪਹਿਨ ਕੇ ਸਤਿਗੁਰੂ ਜੀ ਤਖਤ ਤੇ ਸਜ ਕੇ ਦਰਸ਼ਨ ਦਿਆ ਕਰਦੇ, ਇਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਸਨੱਧਬੱਧ ਹੋਏ, ਸ਼ਸਤਰਾਂ ਨਾਲ ਤਿਆਰ ਪਰ ਤਿਆਰ ਹੋ ਕੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋਏ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਵਾਰੀ ਚੱਲਦੀ ਹੋਈ ਜਿੱਥੇ ਅੱਜ ਤਖਤ ਸਾਹਿਬ ਅਸਥਾਨ ਹੈ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ, ਇੱਥੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਦੋਂ ਪਹੁੰਚੇ ਹੈ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਅੱਗੇ ਅੱਗੇ ਇਸ ਪਾਵਨ ਸ਼ਬਦ ਦਾ ਜੋ ਸ਼੍ਰੀ ਮੁਖਵਾਕ ਦੇ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ, ਇਹ ਮਹਾਰਾਜ ਜੀ ਨੇ ਕੀਰਤਨ ਕਰਵਾਇਆ ਸੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ। ਜਿੱਥੇ ਬਾਹਰ ਵੱਡਾ ਨਿਸ਼ਾਨ ਸਾਹਿਬ ਹੈ ਜੋ ਪੌੜੀਆਂ ਤੋਂ ਚਰਨ ਗੰਗਾ ਤੋਂ ਪਹਿਲਾਂ ਆਉਂਦਾ ਹੈ, ਇੱਥੇ ਕਨਾਤ ਦਾ ਬਰੂਹਾ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇੱਥੇ ਤੱਕ ਰਾਗੀ ਸਿੰਘਾਂ ਨੇ ਸ਼ਬਦ ਦਾ ਕੀਰਤਨ ਕੀਤਾ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਕਨਾਤ ਦੇ ਅੰਦਰ ਸਤਿਗੁਰੂ ਜੀ ਪ੍ਰਵੇਸ਼ ਹੋਏ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰਵੇਸ਼ ਹੁੰਦਿਆਂ ਸਭ ਸੰਗਤਾਂ ਸਭ ਸਿੰਘ ਬੈਰਾਗ ਕਰਦੇ ਸੀ। ਹਜ਼ੂਰ ਨੂੰ ਦਇਆ ਆਈ, ਪਿਆਰ ਆਇਆ, ਤੇ ਸਤਿਗੁਰਾਂ ਜੀ ਨੇ ਜਦੋਂ ਘੋੜੇ ਦੀਆਂ ਵਾਗਾਂ ਪਿੱਛੇ ਨੂੰ ਮੋੜ ਕੇ ਸਤਿਗੁਰਾਂ ਜੀ ਨੇ ਤੱਕਿਆ, ਸਭ ਬੈਰਾਗ ਕਰਦੇ ਹੋਏ ਮਹਾਰਾਜ ਜੀ ਨੇ ਤੱਕੇ। ਸੱਚੇ ਪਾਤਸ਼ਾਹ ਮਹਾਰਾਜ ਬਹੁਤ ਪਿਆਰ ਨਾਲ, ਬੜੀ ਸਦਰ ਨਾਲ ਆਪਣੇ ਖਾਲਸੇ ਵੱਲ ਵੇਖਦਿਆਂ ਹੋਇਆਂ ਮਹਾਰਾਜ ਜੀ ਨੇ ਉਸ ਸਮੇਂ ਬਚਨ ਕਹੇ, ਖਾਲਸਾ ਜੀ ਮੈਂ ਅਬਨਾਸੀ ਹਾਂ, ਮੈਂ ਅਟਲ ਹਾਂ, ਸਦੀਵ ਹਾਂ, ਅਸੀਂ ਪ੍ਰਕਾਸ਼ ਸਰੂਪ ਹਾਂ, ਅਸੀਂ ਆਉਣ ਜਾਣ ਵਾਲੇ ਨਹੀਂ। ਇਹ ਸਰੀਰ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਵਿੱਚ ਧਾਰਨ ਕੀਤਾ ਹੈ। ਜਿਹੜੇ ਕਾਰਜ ਵਾਹਿਗੁਰੂ ਸਾਨੂੰ ਸੌਂਪੇ ਉਹ ਕਾਰਜ ਅਸੀਂ ਸੰਪੂਰਨ ਕਰਕੇ ਆਪਣੇ ਲੋਕ ਨੂੰ ਜਾ ਰਹੇ ਹਾਂ। ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਖਾਲਸਾ ਜੀ ਸ਼ਬਦ ਕਰਕੇ ਅਸੀਂ ਸਦਾ ਹੀ ਤੁਹਾਡੇ ਕੋਲ ਹਾਂ। ਜਦੋਂ ਤੁਸੀਂ ਪਿਆਰ ਕਰੋਗੇ ਸ਼ਬਦ ਨਾਲ ਤੇ ਸਾਡੇ ਇਸ ਸਰੂਪ ਨੂੰ ਚਿਤਵੋਗੇ ਨਾ, ਤੇ ਇਸੇ ਸਰੂਪ ਵਿੱਚ ਵੀ ਤੁਹਾਨੂੰ ਦਰਸ਼ਨ ਦੇ ਕੇ ਨਿਹਾਲ ਕਰ ਦਿਆ ਕਰਾਂਗੇ। ਇਹ ਸੱਚੇ ਪਾਤਸ਼ਾਹ ਜੀ ਦੇ ਬਚਨ ਹੋਏ। ਫਿਰ ਮਹਾਰਾਜ ਜੀ ਨੇ ਆਗਿਆ ਕੀਤੀ, ਗੁਰਬਾਣੀ ਗੁਰਮੰਤਰ ਸਦਾ ਚੇਤੇ ਰੱਖਣਾ, ਸ਼ਸਤਰ ਵਿਦਿਆ ਨੂੰ ਕਦੇ ਨਾ ਵਿਸਾਰਨਾ, ਸਦਾ ਅਮਰ ਤੇ ਅਟਲ ਰਹੋਗੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਆਪਣੇ ਸ਼੍ਰੀ ਮੁਖ ਤੋਂ ਆਪਣੇ ਖਾਲਸੇ ਨੂੰ ਸੰਬੋਧਨ ਹੁੰਦਿਆਂ ਹੋਇਆਂ ਬਚਨ ਕਹੇ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਅੰਦਰ ਪ੍ਰਵੇਸ਼ ਕੀਤੇ ਹੈ, ਕਵਿਰਾਜ ਜੀ ਨੇ ਲਿਖਿਆ ਹੈ, ਮਹਾਰਾਜ ਚਿਖਾ ਤੇ ਸਜ ਬੈਠੇ ਹੈ। ਆਗਿਆ ਹੋਈ ਹੈ ਭਾਈ ਹਰ ਸਿੰਘ ਜੀ ਨੂੰ ਕਿ ਚਿਖਾ ਨੂੰ ਚੰਡਾ ਲਾ ਦਿਓ, ਚੰਡਾ ਪ੍ਰਚੰਡ ਕਰ ਦਿਓ। ਹਿਆ ਨਹੀਂ ਸੀ ਪੈਂਦਾ, ਸਤਿਗੁਰੂ ਜੀ ਆਪ ਉੱਤੇ ਸਜੇ ਬੈਠੇ ਹਨ, ਪਰ ਹੁਕਮ ਅੱਗੇ ਵੇਰ ਨਹੀਂ। ਭਾਈ ਹਰ ਸਿੰਘ ਜੀ ਨੇ ਤੇ ਸਮੇਂ ਫਿਰ ਜਦੋਂ ਚੰਡਾ ਦਿਖਾਇਆ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹ ਸਜਾਈ ਹੋਈ ਚੰਦਨ ਦੀ ਚਿਖਾ ਲਟ ਲਟ ਕਰਕੇ ਲੱਕੜਾਂ ਬਲੀਆਂ, ਪਰ ਸਤਿਗੁਰੂ ਜੀ ਦੇ ਸਰੂਪ ਨੂੰ ਅੱਗ ਨੇ ਛੋਹਿਆ ਤੱਕ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਐਸਾ ਪਵਿੱਤਰ ਸਰੂਪ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਅੱਗ ਨੇ ਛੋਹ ਨਹੀਂ ਸਕੀ ਹੈ ਅੱਗ। ਫਿਰ ਸਤਿਗੁਰੂ ਜੀ ਨੇ ਜੋਗ ਅਗਨੀ ਨੂੰ ਪ੍ਰਚੰਡ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਨੂੰ ਗਮਨ ਕੀਤਾ ਹੈ। ਕੁਮੈਤ ਰੰਗ ਦਾ ਘੋੜਾ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਤਬੇਲੇ ਵਿੱਚੋਂ ਗਾਇਬ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਮੇਤ ਘੋੜੇ ਦੇ, ਸਮੇਤ ਸਰੀਰ ਦੇ, ਸਮੇਤ ਸ਼ਸਤਰਾਂ ਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਨੂੰ ਚਾਲਾ ਮਾਰਿਆ। ਅੱਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋਤੀ ਜੋਤ ਗੁਰਪੁਰਬ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਪਾਵਨ ਸ਼ਬਦ ਦੇ ਪੜ੍ਹਨ ਦੀ ਆਗਿਆ ਕੀਤੀ ਸੀ, ਉਸ ਪਾਵਨ ਸ਼ਬਦ ਦੇ ਆਓ ਜਿੰਨਾ ਸਮਾਂ ਹੈ ਪਿਆਰ ਸ਼ਰਧਾ ਨਾਲ ਅਰਥ ਸਰਵਣ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਸਰੂਪ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹਜ਼ੂਰ ਦਾ ਮਾਰੂ ਰਾਗ ਵਿੱਚ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ।
ਇਹ ਪਾਵਨ ਸ਼ਬਦ ਜੋਤੀ ਜੋਤ ਸਮਾਉਣ ਦੇ ਅਰਥਾਂ ਦਾ ਪ੍ਰਗਟਾਵਾ ਕਰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਇਸ ਪਾਵਨ ਸ਼ਬਦ ਦੇ ਅੰਦਰ ਤਾਤਪਰਜ ਹੈ ਨਾ, ਉਸ ਨੂੰ ਪ੍ਰਗਟ ਕਰ ਰਹੇ ਹੈ ਕਿ ਵਾਹਿਗੁਰੂ ਨੇ ਜੋ ਸਾਨੂੰ ਕਾਰਜ ਭਾਗ ਸੌਂਪਿਆ ਸੀ, ਉਹ ਕਾਰਜ ਅਸੀਂ ਪੂਰਾ ਕਰ ਚੱਲੇ ਹਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਬਚਨ ਆਪਣੇ ਸ਼੍ਰੀ ਕੰਠ ਤੋਂ ਕਹੇ ਹੈ ਕਿ ਵਾਹਿਗੁਰੂ ਨੇ ਸਾਨੂੰ ਪੰਥ ਦੇ ਸਿਰਜਣ ਵਾਸਤੇ ਆਗਿਆ ਕੀਤੀ ਸੀ, ਅਸੀਂ ਪੰਥ ਦੀ ਸਿਰਜਣਾ ਕਰ ਦਿੱਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਪਾਵਨ ਸ਼ਬਦ ਦੇ ਅੰਦਰ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ ਆਪਣੇ ਦਿਲ ਤੋਂ ਪਿਆਰ ਨਾਲ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਇਸ ਸ਼ਬਦ ਨੂੰ ਸੁਣਦੇ ਹੋਏ ਗਰੀਬ ਨਵਾਜੀ ਚੱਲੇ ਹੈ ਤੇ ਰਾਗੀ ਸਿੰਘਾਂ ਨੂੰ ਕੀਰਤਨ ਕਰਨ ਦੀ ਮਹਾਰਾਜ ਆਗਿਆ ਕੀਤੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ, ਖੁੱਲਿਆ ਕਰਮ ਕਿਰਪਾ ਭਈ ਠਾਕੁਰ। ਵਾਹਿਗੁਰੂ ਦੀ ਕਿਰਪਾ ਹੋ ਗਈ ਜੋ ਸਭ ਦੀ ਉਤਪਤੀ ਕਰਦਾ ਹੈ, ਪਾਲਣਾ ਕਰਦਾ ਹੈ, ਲੈਤਾ ਕਰਦਾ ਹੈ ਪਰਮੇਸ਼ਰ। ਉਹਦੀ ਜਦੋਂ ਕਿਰਪਾ ਹੋ ਗਈ ਤਾਂ ਸਤਿਗੁਰੂ ਜੀ ਕਹਿੰਦੇ ਭਾਗ ਹੀ ਖੁੱਲ੍ਹ ਗਏ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਨਿਰੰਕਾਰ ਹਨ, ਪਰ ਹਜ਼ੂਰ ਨੇ ਸਾਨੂੰ ਇਹ ਸਿੱਖਿਆ ਸਿਖਾਈ ਹੈ ਗਰੀਬ ਨਵਾਜ ਨੇ ਵਾਹਿਗੁਰੂ ਦੇ ਅੱਗੇ ਸਦਾ ਨਤਮਸਤਕ ਹੋਣ ਦੀ, ਉਸ ਪਰਮ ਸ਼ਕਤੀ ਦੇ ਅੱਗੇ ਸਦਾ ਝੁਕਣ ਦੀ। ਇਹ ਸਤਿਗੁਰਾਂ ਜੀ ਦੀ ਬਾਣੀ ਵਿੱਚੋਂ ਜੇ ਆਪਾਂ ਪੜ੍ਹਦੇ ਹਾਂ ਨਾ, ਤੇ ਜਗਿਆਸੂ ਨੂੰ ਇਹੀ ਪ੍ਰਾਪਤ ਹੁੰਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਸਦਾ ਝੁਕਣਾ, ਸਦਾ ਨਤਮਸਤਕ ਰਹਿਣਾ। ਮਹਾਰਾਜ ਸਾਹਿਬ ਜੀ ਤਾਂ ਇੱਕ ਨਹੀਂ ਕਈਆਂ ਨਾਵਾਂ ਨਾਲ ਯਾਦ ਕਰਦੇ ਹੋਏ ਇਹੀ ਬੇਨਤੀਆਂ ਕਰਦੇ ਆ, ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਥ ਦਾ ਲਿਹੋ ਅਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਇਉਂ ਮਹਾਰਾਜ ਕਿੰਨਿਆਂ ਰੂਪਾਂ ਵਿੱਚ ਬੇਨਤੀਆਂ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਵਾਕ ਹਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਦੋਂ ਚੇਤੇ ਕੀਤੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਸਿੱਖਾਂ ਨੂੰ ਜਣਾਉਂਦੇ ਹੈ ਕਿ ਖਾਲਸਾ ਜੀ ਵਾਹਿਗੁਰੂ ਦੀ ਕਿਰਪਾ ਹੋ ਗਈ, ਮਿਹਰ ਹੋ ਗਈ। ਜਿਸ ਕਾਰਜ ਵਾਸਤੇ ਪਰਮੇਸ਼ਰ ਨੇ ਸਾਨੂੰ ਸਿਰਜਿਆ ਸੀ, ਵਾਹਿਗੁਰੂ ਨੇ ਸਾਡੇ ਕੋਲੋਂ ਉਹ ਕਾਰਜ ਸੰਪੂਰਨ ਕਰਵਾ ਲਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿੱਡੇ ਵੱਡੇ ਕਾਰਜਾਂ ਨੂੰ ਸੰਪੂਰਨ ਕੀਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ। ਸੱਚੇ ਪਾਤਸ਼ਾਹ ਜੀ ਨੇ ਕਿਹਾ ਵਾਹਿਗੁਰੂ ਦੀ ਅਮਾਨਤ ਸੀ ਖਾਲਸਾ ਜੀ, ਜੋ ਪਰਮੇਸ਼ਰ ਨੇ ਸਾਨੂੰ ਬਖਸ਼ਿਸ਼ ਕੀਤੀ ਸੀਗੀ, ਵਾਹਿਗੁਰੂ ਦੇ ਖਜ਼ਾਨੇ ਵਿੱਚ ਅਸੀਂ ਅਦਾ ਕਰ ਦਿੱਤੀ ਹੈ। ਜਿਵੇਂ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਨਾ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਜਦੋਂ ਚਮਕੌਰ ਸਾਹਿਬ ਦੀ ਧਰਤੀ ਤੇ ਆਏ ਹੈ ਕਿ ਜਹਾਂ ਜਾ ਕੇ ਹੈ ਬੱਚੋਂ ਕੋ ਕਟਾਨਾ ਠਿਕਾਣਾ ਇਹ ਵਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਚਮਕੌਰ ਸਾਹਿਬ ਦੀ ਧਰਤੀ ਨੂੰ ਵੇਖ ਕੇ ਆਖਿਆ ਸੀ ਖਾਲਸਾ ਜੀ, ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣਾ ਉਹ ਮੁਕਾਮ ਆ ਗਿਆ ਹੈ। ਜਮੀਂ ਕਹਿ ਰਹੀ ਹੈ ਠਿਕਾਣਾ ਜੇ ਵਹੀ ਹੈ, ਆਸਮਾਨ ਕਹਿ ਰਹਾ ਹੈ ਠਿਕਾਣਾ ਜੇ ਵਹੀ ਹੈ। ਧਰਤੀ ਤੋਂ ਆਵਾਜ਼ ਆ ਰਹੀ ਹੈ, ਆ ਧੁਰੋਂ ਆਸਮਾਨ ਤੋਂ ਆਵਾਜ਼ ਆ ਰਹੀ ਹੈ ਕਿ ਉਹ ਥਾਂ ਆ ਗਿਆ ਜਿੱਥੇ ਅਸੀਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣਾ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੇ ਹੀ ਕਾਰਜਾਂ ਨੂੰ ਮਹਾਰਾਜ ਸਾਹਿਬ ਜੀ ਸੰਪੂਰਨ ਕੀਤਾ। ਮਹਾਰਾਜ ਕਹਿੰਦੇ ਭਾਗ ਹੀ ਖੁੱਲ੍ਹ ਗਏ ਸਾਡੇ, ਵਾਹਿਗੁਰੂ ਸਾਨੂੰ ਸੇਵਾ ਬਖਸ਼ੀ। ਵਾਹਿਗੁਰੂ ਜੀ ਨੇ ਸਾਨੂੰ ਆਗਿਆ ਕੀਤੀ ਕਿ ਉੱਥੇ ਜਾ ਕਰਕੇ ਧਰਤੀ ਤੇ ਧਰਮ ਦਾ ਵਿਸਥਾਰ ਕਰੋ। ਵਾਹਿਗੁਰੂ ਜੀ ਨੇ ਸਾਡੇ ਕੋਲੋਂ ਧਰਮ ਦਾ ਵਿਸਥਾਰ ਕਰਾਇਆ। ਇਹ ਸੱਚੇ ਪਾਤਸ਼ਾਹ ਏਡੇ ਵੱਡੇ ਕਾਰਜ ਕੀਤੇ, ਫਿਰ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਸਭ ਕੁਝ ਕਰਤਾ ਨਿਰੰਕਾਰ ਨੂੰ ਕਹਿੰਦੇ ਹੈ। ਇਹ ਸਤਿਗੁਰੂ ਜੀ ਸਾਨੂੰ ਸਿੱਖਿਆ ਸਿਖਾਉਂਦੇ ਹੈ ਕਿ ਕਦੇ ਵੀ ਕਿਸੇ ਗੱਲ ਦਾ ਮਾਣ ਨਹੀਂ ਸਿੱਖ ਨੂੰ ਹੋਣਾ ਚਾਹੀਦਾ। ਸਾਰੇ ਕਾਰਨਾਂ ਦਾ ਕਾਰਨ ਵੀ ਵਾਹਿਗੁਰੂ ਆਪ ਹੈ, ਸਾਰੇ ਕਾਰਜਾਂ ਦਾ ਵੀ ਕਾਰਜ ਵਾਹਿਗੁਰੂ ਆਪ ਹੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਨਾ, ਉਦੋਂ ਭਾਗ ਜਾਗ ਪੈਂਦੇ ਹੈ, ਉਦੋਂ ਕਰਮ ਖੁੱਲ੍ਹ ਜਾਂਦੇ ਹੈ। ਜੇ ਐਸੇ ਖੁੱਲ੍ਹਦੇ ਹੈ ਕਿ ਜੇ ਮਿੱਟੀ ਨੂੰ ਹੱਥ ਪਾਵੇ ਉਹ ਵੀ ਸੋਨਾ ਬਣ ਜਾਂਦੀ ਹੈ, ਐਸੀ ਬਖਸ਼ਿਸ਼ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਕਿਰਪਾ ਹੋਈ ਵਾਹਿਗੁਰੂ ਦੀ, ਮਿਹਰ ਹੋਈ, ਤਾਂ ਮਹਾਰਾਜ ਕਹਿੰਦੇ ਭਾਗ ਹੀ ਖੁੱਲ੍ਹ ਗਏ। ਇਹੋ ਜੀ ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਮਿਹਰ ਕੀਤੀ।
ਇਹ ਗੁਰੂ ਕਿਰਪਾ ਦੀ ਵੀ ਪ੍ਰਤੱਖ ਸ਼ਕਤੀ ਇਸ ਸ਼ਬਦ ਦੇ ਅੰਦਰ ਮਹਾਰਾਜ ਦੱਸਦੇ ਹਨ। ਕੀਰਤਨ ਹਰ ਹਰ ਗਾਈ। ਫਿਰ ਵਾਹਿਗੁਰੂ ਦੀ ਕੀਰਤੀ ਅਸੀਂ ਗਾਉਣਾ ਕੀਤੀ। ਇਹੋ ਜੀ ਕਿਰਪਾ ਜਦੋਂ ਸਾਨੂੰ ਪ੍ਰਾਪਤ ਹੋਈ ਤੇ ਐਸਾ ਭਾਗ ਖੁੱਲਿਆ ਕਿ ਨਾਮ ਦੇ ਪ੍ਰਵਾਹ ਹੀ ਚੱਲ ਪਏ। ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਨੂੰ ਆਪਣੇ ਜੀਵਨ ਦੇ ਅੰਦਰ ਬਹੁਤ ਭਾਰੀ ਯੁੱਧ ਕਰਨੇ ਪਏ, ਪਰ ਸਤਿਗੁਰੂ ਜੀ ਦਾ ਪਵਿੱਤਰ ਜੀਵਨ ਨਾਮ ਨਾਲ ਰੰਗਰੇਜ਼ ਹੈ। ਜਿੱਥੇ ਜਿੱਥੇ ਵੀ ਕੋਈ ਔਕੜ ਦਾ ਸਮਾਂ ਆਇਆ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਔਕੜਾਂ ਵਿੱਚ ਵੀ ਨਿਤਨੇਮ ਦੇ ਨਿਯਮ ਦੇ ਨਿਭਾਉਣ ਦੀ ਆਗਿਆ ਕੀਤੀ ਹੈ। ਸਭ ਤੋਂ ਵੱਡਾ ਜ਼ਿਕਰ ਆਉਂਦਾ ਜਦੋਂ ਮਹਾਰਾਜ ਸਰਸਾ ਨੂੰ ਜਿਹੜੀ ਸੀ ਇਸ ਪ੍ਰਕਾਰ ਪਾਰ ਕਰਨ ਲੱਗੇ ਸਨ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਸਮੇਂ ਅੰਮ੍ਰਿਤ ਵੇਲੇ ਦਾ ਪੱਖ ਜਾਣ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਉੱਥੇ ਆਸਾ ਦੀ ਵਾਰ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸੀਗਾ ਕੀਰਤਨ ਹਜੂਰ ਨੇ ਕਰਵਾਇਆ, ਆਪ ਕੀਤਾ ਸੱਚੇ ਪਾਤਸ਼ਾਹ ਜੀ ਨੇ ਸਰੰਦੇ ਦੇ ਨਾਲ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਵਾਹਿਗੁਰੂ ਦੀ ਜਦੋਂ ਕਿਰਪਾ ਹੁੰਦੀ ਹੈ ਨਾ, ਸਭ ਤੋਂ ਵੱਡੀ ਕਿਰਪਾ ਨਾਮ ਦੇ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿ ਗੁਰਸਿੱਖਾਂ ਦੇ ਅੰਦਰ, ਸਿੰਘਾਂ ਦੇ ਅੰਦਰ ਨਾਮ ਦੇ ਪ੍ਰਵਾਹ ਬਖਸ਼ਿਸ਼ ਕੀਤੇ ਹੈ। ਭਾਵੇਂ ਕਿ ਸਤਿਗੁਰੂ ਜੀ ਤਾਂ ਆਪ ਹੀ ਪਰਮੇਸ਼ਰ ਨੇ ਨਾਮ ਦੀਆਂ ਦਾਤਾਂ ਦਿੰਦੇ ਹੈ ਸੱਚੇ ਪਾਤਸ਼ਾਹ, ਪਰ ਕਹਿੰਦੇ ਹੈ ਕਿ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿ ਫਿਰ ਵਾਹਿਗੁਰੂ ਜੀ ਦੇ ਜਸ ਨੂੰ ਜਿਹੜਾ ਹੈ ਗਾਉਣਾ ਕੀਤਾ ਹੈ। ਐਸੀ ਬਖਸ਼ਿਸ਼ ਰਹਿਮਤ ਹੋਈ। ਹਰ ਕੀਰਤਨ ਹਰ ਹਰ ਗਾਈ, ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ, ਸਭ ਦੇ ਦੁੱਖਾਂ ਨੂੰ ਹਰਨ ਵਾਲਾ ਹੈ, ਉਹਦੀ ਕੀਰਤੀ ਨੂੰ, ਉਹਦੇ ਜਸ ਨੂੰ ਗਾਉਣਾ ਕੀਤਾ। ਸ਼ਰਮ ਥਾਕਾ ਪਾਏ ਬਿਸਰਾਮਾ। ਫਿਰ ਦੌੜ ਭੱਜ ਜਿਹੜੀ ਸੀ ਉਹ ਸਾਰੀ ਮੁੱਕ ਗਈ ਤੇ ਟਿਕਾ ਪਾ ਲਿਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਹੁਣ ਜਿਹੜੇ ਦੌੜ ਭੱਜ ਸੀ, ਭਾਵ ਸ਼ਰਮ ਥਕਾਵਟ ਜਿਹੜੀ ਸੀ ਉਹ ਸਾਰੀ ਹੁਣ ਦੂਰ ਹੋ ਗਈ। ਇਸ ਪ੍ਰਕਾਰ ਵਿਸ਼ਰਾਮ ਪਾ ਲਿਆ, ਟਿਕਾ ਪਾ ਲਿਆ, ਕਿਉਂਕਿ ਨਿਜ ਸਰੂਪ ਵਿੱਚ ਸਤਿਗੁਰੂ ਜੀ ਹੁਣ ਲੀਨ ਹੋਣ ਲੱਗੇ ਸੱਚੇ ਪਾਤਸ਼ਾਹ ਜੀ ਮਹਾਰਾਜ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਹੋਰ ਸਾਰੀ ਦੌੜ ਭੱਜ ਹੁਣ ਮੁੱਕ ਗਈ ਹੈ। ਨਿਰੰਕਾਰ ਦੇ ਸਰੂਪ ਵਿੱਚ ਜਿੱਥੇ ਸਾਡੀ ਸੁਰਤ ਲੀਨ ਸੀਗੀ, ਜਿੱਥੇ ਮਹਾਰਾਜ ਨੇ ਕਿਹਾ ਸੀਗਾ ਕਿ ਦੁਆਇਤੇ ਏਕ ਰੂਪ ਹਵਾ ਗਇਓ, ਅਸੀਂ ਦੋਹਾਂ ਰੂਪਾਂ ਤੋਂ ਇੱਕ ਹੀ ਰੂਪ ਹੋ ਗਏ ਸੀ। ਮਹਾਰਾਜ ਹੁਣ ਉਹੋ ਹੀ ਇੱਕੋ ਰੂਪ ਹੋਣ ਲੱਗੇ ਆ, ਕਿਉਂਕਿ ਉਸ ਇੱਕ ਰੂਪ ਤੋਂ ਮਹਾਰਾਜ ਦੋ ਰੂਪ ਨਹੀਂ ਸੀ ਨਾ ਹੋਣਾ ਚਾਹੁੰਦੇ। ਕਿਉਂਕਿ ਮਹਾਰਾਜ ਨੇ ਆਪਣੀ ਬਾਣੀ ਨਾਲ ਲਿਖਿਆ ਹੈ, ਆਪਣੀ ਬਾਣੀ ਵਿੱਚ ਲਿਖਿਆ ਸੱਚੇ ਪਾਤਸ਼ਾਹ ਜੀ ਨੇ ਕਿ ਇਹ ਬਿਦ ਕਰਤ ਤਪੱਸਿਆ ਭਇਓ, ਦੁਆਇਤੇ ਏਕ ਰੂਪ ਹਵਾ ਗਇਓ। ਹੁਣ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਅਸੀਂ ਉਸੇ ਹੀ ਸਰੂਪ ਵਿੱਚ ਜਦੋਂ ਲੀਨ ਹੋਣ ਲੱਗੇ ਆ ਗਰੀਬ ਨਵਾਜ ਸੱਚੇ ਪਾਤਸ਼ਾਹ, ਤੇ ਇਉਂ ਬਚਨ ਕਹਿੰਦੇ ਹਨ। ਸ਼ਰਮ ਥਾਕਾ ਪਾਏ ਬਿਸਰਾਮਾ। ਸਾਰੀ ਹੀ ਥਕਾਵਟ ਮੁੱਕ ਗਈ, ਨਸ ਭੱਜ ਦੌੜ ਭੱਜ ਸਾਰੀ ਮੁੱਕ ਗਈ, ਵਿਸ਼ਰਾਮ ਪਾ ਲਿਆ, ਟਿਕਾ ਪਾ ਲਿਆ ਹੈ। ਮਿਟ ਗਈ ਸਗਲੀ ਧਾਹੀ। ਸਾਰੀ ਹੀ ਭਟਕਣਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਮੁੱਕ ਗਈ, ਖਤਮ ਹੋ ਗਈ। ਇਉਂ ਸਤਿਗੁਰੂ ਜੀ ਜਗਿਆਸਾ ਤੋਂ ਵੀ ਗਰੀਬ ਨਵਾਜ ਜੀ ਇਹ ਬਖਸ਼ਿਸ਼ ਕਰਦੇ ਹੈ ਕਿ ਜਿਹਨੂੰ ਭਾਈ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਨਾ, ਉਹਦੇ ਭਾਗ ਹੀ ਜਾਗ ਪੈਂਦੇ ਆ। ਫਿਰ ਵਾਹਿਗੁਰੂ ਦੀ ਕੀਰਤੀ ਕਰਨ ਦਾ ਉਹਨੂੰ ਸੁਭਾਗ ਪ੍ਰਾਪਤ ਹੁੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਉਹਦਾ ਫਿਰ ਭਾਈ ਨੱਠਣਾ ਭੱਜਣਾ ਸਭ ਮੁੱਕ ਜਾਂਦਾ ਹੈ, ਦੌੜ ਭੱਜ ਸਭ ਖਤਮ ਹੋ ਜਾਂਦੀ ਹੈ। ਸਾਰਾ ਹੀ ਧੌਣਾ ਜਿਹੜਾ ਹੈ ਨਾ ਉਹ ਖਤਮ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਜਿਹੜੇ ਕੋਈ ਮਨ ਦੀ ਦੌੜ ਭੱਜ ਹੈ, ਸਰੀਰ ਦੀ ਦੌੜ ਭੱਜ ਹੈ, ਉਹਨੂੰ ਵੀ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਖਤਮ ਕਰ ਦਿੰਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਸ਼ੁਕਰਾਨੇ ਵਿੱਚ ਇਹ ਗਰੀਬ ਨਵਾਜ ਜੀ ਨੇ ਸ਼ਬਦ ਪੜ੍ਹਾਇਆ। ਉਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਅਸੀਂ ਆਪਣੇ ਪਰਮ ਸਰੂਪ ਵਿੱਚ ਲੀਨ ਹੋਣ ਲੱਗੇ ਹਾਂ। ਹੋਰ ਸਭ ਕੁਝ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਇਹ ਸੰਸਾਰ ਵੀ ਉੱਥੇ ਲੈ ਹੋ ਜਾਂਦਾ ਹੈ, ਉਸ ਸਰੂਪ ਵਿੱਚ ਹੋਰ ਕੋਈ ਦੂਜਾ ਦੁੰਦਵਾਦ ਹੈ ਹੀ ਨਹੀਂ ਹੈ। ਜੋ ਕੋਈ ਆਕਾਰ ਹਨ ਨਾ, ਉਹ ਆਕਾਰ ਸਭ ਖਤਮ ਹੋ ਜਾਂਦੇ ਹੈ। ਉਹ ਸਰੂਪ ਦੀ ਬਾਬਤ ਦੱਸਣਾ ਬੜਾ ਜਿਹੜਾ ਹੈ ਨਾਨਕ ਕਥਨਾ ਕਰੜਾ ਸਾਰ, ਬੜਾ ਜ਼ਿਆਦਾ ਕਥਨ ਕਰਨਾ ਜਿਹੜਾ ਕਰੜਾ ਹੈ। ਉਹ ਸਰੂਪ ਦੀ ਬਾਬਤ ਦੱਸਿਆ ਨਹੀਂ ਜਾ ਸਕਦਾ। ਮਹਾਰਾਜ ਆਪਣੇ ਉਸ ਪਰਮ ਸਰੂਪ ਵਿੱਚ ਲੀਨ ਹੋਣ ਲੱਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ
ਸਾਰਾ ਹੀ ਇਉਂ ਨੱਠ ਭੱਜ ਮੁੱਕ ਗਈ, ਟਿਕਾ ਪਾ ਲਿਆ ਹੈ, ਇਉਂ ਸਾਰਾ ਧੌਣਾ ਮੁੱਕ ਗਿਆ ਹੈ। ਅਬ ਮੋਹੇ ਜੀਵਨ ਪਦਵੀ ਪਾਈ। ਹਜੂਰ ਕਹਿੰਦੇ ਹੁਣ ਅਸੀਂ ਜਿਹੜੀ ਹੈ ਨਾ ਅਮਰ ਅਟਲ ਪਦਵੀ ਨੂੰ ਜਿਹੜਾ ਹੈ ਨਾ ਉਹ ਪ੍ਰਾਪਤ ਕੀਤਾ ਹੈ। ਸਦਾ ਰਹਿਣ ਵਾਲਾ ਜੀਵਨ ਜਿਹੜਾ ਉਹ ਪ੍ਰਾਪਤ ਹੋਇਆ ਹੈ, ਜਿਹਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਹੋ ਜਾਂਦੀ, ਜਿਸ ਪ੍ਰਾਣੀ ਦੇ ਉੱਤੇ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਹੈ ਕਿ ਉਹਨੂੰ ਫਿਰ ਸਦਾ ਰਹਿਣ ਵਾਲਾ ਜੀਵਨ ਜਿਹੜਾ ਨਾ ਉਹ ਪਦਵੀ ਪ੍ਰਾਪਤ ਹੋ ਜਾਂਦੀ ਹੈ। ਹਜੂਰ ਤਾਂ ਆਪ ਹਾਨੀ ਅਮਰ ਤੇ ਅਟਲ, ਬੱਦਲ ਜਿਵੇਂ ਬਰਖਾ ਕਰਕੇ ਫਿਰ ਚਲੇ ਜਾਂਦੇ ਆ ਨਾ, ਇਉਂ ਸੱਚੇ ਪਾਤਸ਼ਾਹ ਤਾਂ ਬੱਦਲ ਦੀ ਨਿਆਈ ਹੈ। ਮਹਾਰਾਜ ਪਰਉਪਕਾਰ ਕਰਨ ਲਈ ਸੱਚੇ ਪਾਤਸ਼ਾਹ ਸੰਸਾਰ ਵਿੱਚ ਅਵਤਾਰ ਧਾਰਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਤੇ ਆਪਣੀ ਕਲਮ ਨਾਲ ਹਜੂਰ ਨੇ ਲਿਖਿਆ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸ਼ਾ। ਅਸੀਂ ਤਾਂ ਜਗਤ ਦਾ ਤਮਾਸ਼ਾ ਕੌਤਕ ਵੇਖਣ ਲਈ ਆਏ ਹਾਂ। ਇਹ ਸੱਚੇ ਪਾਤਸ਼ਾਹ ਜੋ ਕੁਝ ਵਰਤਾਇਆ ਸਭ ਕੁਝ ਤਮਾਸ਼ਾ ਹੀ ਮਹਾਰਾਜ ਨੇ ਜਾਣਿਆ, ਕੌਤਕ ਹੀ ਜਾਣੇ ਸੱਚੇ ਪਾਤਸ਼ਾਹ ਜੀ ਨੇ। ਜਿਹਦੇ ਉੱਤੇ ਹਜੂਰ ਦੀ ਪ੍ਰਸੰਨਤਾ ਹੁੰਦੀ ਹੈ ਉਹਨੂੰ ਹੀ ਇਹ ਭੇਦ ਖੁੱਲ੍ਹਦਾ ਹੈ। ਜੋ ਮਾਇਆ ਦਾ ਪਰਦਾ ਪਿਆ ਹੋਇਆ ਨਾ ਉਵੇਂ ਨਹੀਂ ਇਹ ਖੁੱਲ੍ਹਦਾ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਅਬ ਮੋਹੇ ਜੀਵਨ ਪਦਵੀ ਪਾਈ। ਹੁਣ ਅਸੀਂ ਸਦਾ ਰਹਿਣ ਵਾਲੀ ਅਮਰ ਜੀਵਨ ਪਦਵੀ ਜਿਹੜੀ ਆ ਉਹ ਪਾ ਲਈ ਹੈ। ਜੀਤ ਆਇਓ ਮਨ ਪੁਰਖ ਵਿਧਾਤਾ। ਮਨ ਦੇ ਅੰਦਰ ਜੋ ਸਿਰਜਣਹਾਰ ਪਰਮੇਸ਼ਰ ਹੈ ਉਹ ਸਦਾ ਹੁਣ ਚੇਤੇ ਵਿੱਚ ਵਸ ਗਿਆ ਹੈ, ਸਦਾ ਹੀ ਅੰਦਰ ਆ ਕਰਕੇ ਸਮਾ ਗਿਆ ਹੈ। ਜਿਹਦੇ ਉੱਤੇ ਸਤਿਗੁਰੂ ਜੀ ਦੀ ਐਸੀ ਕਿਰਪਾ ਹੁੰਦੀ ਹੈ, ਜਿਸ ਜੀਵ ਦੇ ਉੱਤੇ ਉਹਦਾ ਭਾਗ ਹੀ ਖੁੱਲ੍ਹਦਾ ਨਾ, ਫਿਰ ਸਦਾ ਚਿੱਤ ਵਿੱਚ ਵਾਹਿਗੁਰੂ ਆ ਕਰਕੇ ਵਸ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਗਰੀਬ ਨਵਾਜ ਕਿੰਨੀ ਨਿਮਰਤਾ ਜਗਿਆਸਾ ਭਾਵ ਰੱਖ ਕੇ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਉਸ ਸਮੇਂ ਅੱਗੇ ਪੜ੍ਹਵਾਇਆ। ਸਤਿਗੁਰਾਂ ਜੀ ਨੇ ਮਹਾਰਾਜ ਕਹਿੰਦੇ ਸਾਡੇ ਤਾਂ ਚਿੱਤ ਵਿੱਚ ਸਿਰਜਣਹਾਰ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜੋ ਸਭ ਦੀ ਰੱਖਿਆ ਕਰਨ ਵਾਲਾ ਹੈ, ਸਭ ਥਾਵਾਂ ਤੇ ਪਰਿਪੂਰਨ ਹੈ, ਉਹ ਸਾਡੇ ਚਿੱਤ ਵਿੱਚ ਆ ਕੇ ਵਸ ਗਿਆ ਏ। ਸੰਤਨ ਕੀ ਸਰਣਾਈ। ਕਦੋਂ? ਜਦੋਂ ਸੰਤਾਂ ਦੀ ਸ਼ਰਨ ਪੈ ਗਏ, ਸੰਤ ਸਰੂਪ ਗੁਰੂ ਨਾਨਕ ਸਾਹਿਬ ਦੀ ਸ਼ਰਨ ਪੈ ਗਏ, ਸੰਤ ਸਰੂਪ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਪੈ ਗਏ। ਸੱਚੇ ਪਾਤਸ਼ਾਹ ਜੀ ਕਹਿੰਦੇ ਉਦੋਂ ਵਾਹਿਗੁਰੂ ਅੰਦਰ ਹੀ ਵਸ ਗਿਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਸਾਹਿਬ ਜੀ ਦੀ ਵਡਿਆਈ ਦੱਸਦੇ ਹੈ ਕਿ ਭਾਈ ਜਿਹੜਾ ਗੁਰੂ ਜੀ ਦੀ ਸ਼ਰਨ ਪਿਆ ਹੈ ਉਹਦੇ ਅੰਦਰ ਵਾਹਿਗੁਰੂ ਜੀ ਦਾ ਵਾਸ ਹੋ ਜਾਂਦਾ ਹੈ। ਉਹਦੇ ਚਿੱਤ ਵਿੱਚ ਸਭ ਦਾ ਸਿਰਜਣਹਾਰ ਪਰਿਪੂਰਨ ਪਰਮਾਤਮਾ ਆ ਵਸਦਾ ਏ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਕਾਮ ਕ੍ਰੋਧ ਲੋਭ ਮੋਹ ਨਿਵਾਰੇ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਕਿ ਕਾਮ ਦੇ ਫੁਰਨੇ, ਕ੍ਰੋਧ, ਲੋਭ, ਮੋਹ ਇਹ ਸਾਰੇ ਨਿਵਰਤ ਕਰ ਦਿੱਤੇ। ਮੋਹ ਜਿਹੜਾ ਸਰੀਰਾਂ ਨੂੰ ਚਿੰਬੜਿਆ ਰਹਿੰਦਾ ਹੈ, ਕ੍ਰੋਧ ਕਰਕੇ ਮਨ ਕਾਲਾ ਪੈਂਦਾ ਹੈ, ਲੋਭ ਕਰਕੇ ਪਦਾਰਥ ਇਕੱਠੇ ਕਰਨ ਵਿੱਚ ਲੱਗਾ ਰਹਿੰਦਾ ਹੈ, ਇਉਂ ਵਾਸ਼ਨਾ ਕਰਕੇ ਸਰੀਰ ਜਿਹੜਾ ਮਨਵੀ ਅਧੋਗਤੀ ਨੂੰ ਜਾਂਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਸਾਡੇ ਜਿਹੜਾ ਸੀ ਸਰੂਪ ਕਰਕੇ ਸਿੱਖਾਂ ਦੇ ਕਾਮ, ਕ੍ਰੋਧ, ਲੋਭ, ਮੋਹ ਨਿਵਰਤ ਕਰ ਦਿੱਤੇ। ਸਤਿਗੁਰੂ ਜੀ ਦਾ ਐਸਾ ਦਰਸ਼ਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਵੇਖ ਕੇ ਕਾਮ ਅੰਦਰੋਂ ਫੁਰਨੇ ਖੰਭ ਲਾ ਕੇ ਉੱਡ ਜਾਂਦੇ ਸੀ। ਮਹਾਰਾਜ ਜੀ ਦੇ ਉਪਦੇਸ਼ ਨੂੰ ਪਾ ਕਰਕੇ ਜੇ ਕਿਸੇ ਕਮਾ ਲਿਆ ਤਾਂ ਉਹਦਾ ਤਾਂ ਕਹਿਣਾ ਹੀ ਕੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਹੀ ਇਹੋ ਜਿਹਾ ਸੀ। ਸੱਚੇ ਪਾਤਸ਼ਾਹ ਜੀ ਦਾ ਕ੍ਰੋਧੀਆਂ ਦੇ ਕ੍ਰੋਧ ਨਾਸ਼ ਹੋ ਜਾਂਦੇ ਸੀ, ਲੋਭੀਆਂ ਦਾ ਲੋਭ ਨਾਸ਼ ਹੁੰਦਾ ਸੀ। ਸਰੀਰਾਂ ਦੇ ਮੋਹ ਨੂੰ ਤਿਆਗ ਕਰਕੇ ਜੀਵ ਕੁਰਬਾਨੀ ਦਾ ਮੁਜੱਸਮਾ ਬਣ ਕੇ ਸੱਚੇ ਪਾਤਸ਼ਾਹ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰ ਗਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਵਾਹਿਗੁਰੂ ਦੀ ਕਿਰਪਾ ਹੋਈ ਜੋ ਸਾਡੇ ਸਰੂਪ ਦੇ ਪ੍ਰਗਟੇ ਹੋਣੇ ਕਰਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਿੱਖਾਂ ਦੇ ਨਿਵਰਤ ਹੋ ਗਏ। ਨਿਵਰੇ ਸਗਲ ਬੈਰਾਈ। ਸਾਰੇ ਬੈਰੀ ਵੀ ਨਿਵਰਤ ਕਰ ਦਿੱਤੇ। ਪਰਮੇਸ਼ਰ ਨੇ ਐਸੀ ਕਿਰਪਾ ਵਰਤਾਤੀ, ਖਾਲਸੇ ਦਾ ਅਮਰ ਜਸ ਫੈਲਾਤਾ ਸਾਰੇ ਸੰਸਾਰ ਦੇ ਅੰਦਰ। ਸਦ ਹਜੂਰ ਹਾਜ਼ਰ ਹੈ ਨਾਜ਼ਰ। ਸਤਿਗੁਰੂ ਜੀ ਕਹਿੰਦੇ ਸਦਾ ਉਹ ਕੋਲ ਹੈ ਗੁਰਸਿੱਖੋ, ਤੇ ਇਸ ਪ੍ਰਕਾਰ ਨੇੜੇ ਹੈ, ਨਾਜ਼ਰ ਨਜ਼ਰ ਅੱਖਾਂ ਦੇ ਸਾਹਮਣੇ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਪਰਮੇਸ਼ਰ ਨੂੰ ਕਦੇ ਵੀ ਦੂਰ ਨਾ ਜਾਣਨਾ ਕਰੋ। ਇਹ ਅਟਲ ਨਿਸ਼ਚਾ ਮਹਾਰਾਜ ਸਾਡਾ ਬਣਾਉਂਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਸਦਾ ਵਾਸਤੇ
ਵਾਹਿਗੁਰੂ ਕੋਲ ਹੈ, ਸਾਹਮਣੇ ਹੈ, ਨੇੜੇ ਹੈ, ਅੱਖਾਂ ਦੇ ਸਾਹਮਣੇ ਵੇਖਣਾ ਚੱਕਰੋ। ਕਤਹਿ ਨਾ ਭਇਓ ਦੂਰ ਉਹ ਆਈ। ਕਦੇ ਵੀ ਦੂਰ ਨਹੀਂ ਹੁੰਦਾ। ਵਾਹਿਗੁਰੂ ਤਾਂ ਵਿਆਪਕ ਵੈ, ਉਹਦੀ ਸੱਤਾ ਕਰਕੇ ਹੀ ਸਭ ਕੁਝ ਹਰਕਤ ਕਰਦਾ ਹੈ। ਭਰਮ ਕਰਕੇ ਤੂੰ ਦੂਰ ਸਮਝ ਲੈਣਾ, ਪਰ ਪਰਮੇਸ਼ਰ ਦੂਰ ਨਹੀਂ ਹੈ। ਸੱਚੇ ਪਾਤਸ਼ਾਹ ਕਹਿੰਦੇ ਸਦ ਹਜੂਰ ਹਾਜ਼ਰ ਹੈ ਨਾਜ਼ਰ। ਉਹ ਸਦਾ ਹੀ ਕੋਲ ਹੈ ਤੇਰੇ, ਹਰ ਵੇਲੇ ਸਾਹਮਣੇ ਹੈ ਅੱਖਾਂ ਦੇ। ਤੱਕਣਾ ਕਰ ਪਿਆਰ ਦੀਆਂ ਅੱਖਾਂ ਦੇ ਨਾਲ, ਉਹ ਕਦੇ ਵੀ ਪਰਮੇਸ਼ਰ ਤੇਰੇ ਕੋਲੋਂ ਦੂਰ ਨਹੀਂ। ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਪ੍ਰੀਤ ਦੀ ਨਿਗਾਹ ਦਿੱਤੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸਾ ਪਿਆਰ ਦਾ ਮੁਜੱਸਮਾ ਆਪਣਾ ਖਾਲਸਾ ਪੈਦਾ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਐਸਾ ਸੂਰਬੀਰ ਖਾਲਸਾ ਪੈਦਾ ਕੀਤਾ। ਸੰਸਾਰ ਦੇ ਅੰਦਰ ਇਹ ਦੋਵੇਂ ਚੀਜ਼ਾਂ ਵੱਖਰੀਆਂ ਸੀਗੀਆਂ। ਜੇ ਕੋਈ ਭਗਤ ਸੀਗਾ ਤੇ ਉਹ ਪ੍ਰੇਮ ਦੇ ਸਹਿਤ ਭਗਤੀ ਹੀ ਕਰਦਾ ਸੀ, ਆਪਣੀ ਰੱਖਿਆ ਆਪ ਨਹੀਂ ਸੀ ਕਰ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਐਸਾ ਖਾਲਸਾ ਪੈਦਾ ਕੀਤਾ ਕਿ ਉਹ ਸ਼ਸਤਰ ਧਾਰੀ ਹੋ ਕਰਕੇ ਜਰਵਾਣਿਆਂ ਦਾ ਨਾਸ ਵੀ ਕਰਦਾ ਹੈ, ਛਤਰੀ ਹੈ, ਅਤੇ ਵਾਹਿਗੁਰੂ ਦਾ ਭਗਤ ਵੀ ਹੈ, ਜਿਹਦਾ ਸਦਾ ਪ੍ਰੇਮ ਵਿੱਚ ਚਿੱਤ ਲੀਨ ਰਹਿੰਦਾ ਹੈ। ਇਉਂ ਜਿਹੜਾ ਕੇਵਲ ਖਾਲਸੇ ਨੂੰ ਖੂੰਖਾਰ ਹੀ ਪੇਸ਼ ਕਰੀ ਜਾਣਾ ਨਾ, ਖਾਲਸੇ ਦੀ ਅਸਲੀ ਤਸਵੀਰ ਹੈ ਜਿਹੜਾ ਦਇਆ ਦਾ ਸੋਮਾ ਹੋਵੇ, ਪਿਆਰ ਦਾ ਮੁਜੱਸਮਾ ਹੋਵੇ ਤੇ ਸ਼ਸਤਰਧਾਰੀ ਹੋਵੇ। ਜਰਵਾਣੇ ਵਾਸਤੇ ਖਾਲਸਾ ਸੂਰਬੀਰ ਹੈ। ਖਾਲਸਾ ਜਿਹੜਾ ਨਾ ਜਰਵਾਣੇ ਵਾਸਤੇ ਜਿਹੜਾ ਉਹ ਕਿਹੜੀ ਸ਼ੇਰ ਦਾ ਰੂਪ ਧਾਰਨ ਕਰਦਾ ਹੈ, ਪਰ ਮਜ਼ਲੂਮ ਵਾਸਤੇ ਜਿਹੜਾ ਨਾ ਉਹ ਦਇਆ ਦਾ ਰੂਪ ਧਾਰਨ ਕਰਦਾ ਹੈ। ਸ਼ਾਂਤ ਸਰੂਪ ਹੈ ਗੁਰੂ ਜੀ ਦਾ ਖਾਲਸਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ। ਗਰੀਬ ਨਵਾਜ ਜੀ ਨੇ ਸੰਤ ਸਿਪਾਹੀ ਸਾਜਿਆ ਹੈ ਖਾਲਸਾ। ਐਡੀ ਪਿਆਰ ਦੀ ਮੂਰਤ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰੂਪ ਖਾਲਸਾ ਸਾਜਿਆ ਗਰੀਬ ਨਵਾਜ ਜੀ ਨੇ। ਇਉਂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਤਹਿ ਨਾ ਭਇਓ ਦੂਰ ਆਈ। ਕਦੇ ਵੀ ਦੂਰ ਨਹੀਂ ਹੁੰਦਾ ਹੈ ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ ਉਹ ਤਾਂ ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜੂਰ ਹੈ। ਇਹ ਸਤਿਗੁਰੂ ਜੀ ਆਪਣੀ ਬਾਣੀ ਵਿੱਚ ਵੀ ਸ਼੍ਰੀ ਜਾਪ ਸਾਹਿਬ ਦੇ ਅੰਦਰ ਕਹਿੰਦੇ ਆ। ਸੁਖ ਸੀਤਲ ਸਰਦਾ ਸਭ ਪੂਰੀ। ਮਹਾਰਾਜ ਕਹਿੰਦੇ ਭਾਈ ਸੁਖ ਪ੍ਰਾਪਤ ਹੋ ਗਿਆ ਤੇ ਸੀਤਲ ਮਨ ਠੰਡਾ ਹੋ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੀ ਹੀ ਸ਼ਰਧਾ ਪੂਰਨ ਕਰ ਦਿੱਤੀ। ਵਾਹਿਗੁਰੂ ਨੇ ਮਿਹਰ ਐਸੀ ਵਰਤਾਈ, ਹੋਏ ਸੰਤ ਸਹਾਈ। ਕਦੋਂ ਇਹ ਸਾਰੀ ਕਿਰਪਾ ਹੋਈ? ਜਦੋਂ ਸੰਤ ਸਰੂਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਹਾਈ ਹੋਏ। ਜਦੋਂ ਸੰਤ ਸਰੂਪ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਹਾਈ ਹੋਏ ਸੱਚੇ ਪਾਤਸ਼ਾਹ, ਉਦੋਂ ਇਹ ਕਿਰਪਾ ਹੋਈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਦੋਂ ਅੰਦਰ ਸ਼ਾਂਤ ਵਰਤ ਗਈ। ਉਦੋਂ ਅੰਦਰ ਸਤਿਗੁਰੂ ਜੀ ਕਹਿੰਦੇ ਭਾਈ ਠੰਡ ਵਰਤ ਜਾਂਦੀ ਹੈ। ਆਤਮਿਕ ਆਨੰਦ ਦਾ ਸੁਖ ਜੀਆਂ ਨੂੰ ਲੱਭ ਪੈਂਦਾ ਏ। ਪਾਵਨ ਪਤਤ ਕੀਏ ਖਿਨ ਭੀਤਰ। ਵਾਹਿਗੁਰੂ ਦੀ ਐਸੀ ਸ਼ਕਤੀ ਹੈ। ਮਹਾਰਾਜ ਕਹਿੰਦੇ ਆ ਕਿ ਜਿਹੜੇ ਪਾਪੀ ਸਨ ਨਾ, ਖਿਨ ਸਮੇਂ ਵਿੱਚ ਅੱਖ ਦੇ ਖੋਲਣ ਤੇ ਬੰਦ ਕਰਨ ਦਾ ਨਿਮਖ ਸਮਾਂ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਖਿਨ ਮਾਤਰ ਸਮੇਂ ਅੰਦਰ ਹੀ ਜਿਹੜਾ ਹੈ ਨਾ ਉਹ ਪਾਪੀਆਂ ਨੂੰ ਪਵਿੱਤਰ ਕਰ ਦਿੱਤਾ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਹੀ ਪਾਪੀਆਂ ਦੇ ਪਾਪ ਟੁੱਟਦੇ ਸੀਗੇ। ਐਸਾ ਪ੍ਰਤਾਪੀ ਜਾਹੋ ਜਲਾਉਲ ਵਾਲਾ ਸਤਿਗੁਰਾਂ ਜੀ ਦਾ ਤੇਜ ਮਸਤਕ ਗਰੀਬ ਨਵਾਜ ਜੀ ਦਾ ਦਰਸ਼ਨ ਕਰਕੇ ਹੀ ਪਾਪੀ ਜਿਹੜੇ ਸੀ ਛਿਨ ਮਾਤਰ ਸਮੇਂ ਅੰਦਰ ਹੀ ਪਵਿੱਤਰ ਹੋ ਜਾਂਦੇ। ਇਹੋ ਜਿਹਾ ਸਤਿਗੁਰਾਂ ਜੀ ਦਾ ਪਵਿੱਤਰ ਦੀਦਾਰ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ। ਪਾਵਨ ਪਤਤ ਕੀਏ ਖਿਨ ਭੀਤਰ। ਛਿਨ ਮਾਤਰ ਸਮੇਂ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਇਹੋ ਜੀ ਵਰਤੀ ਕਿ ਪਾਪੀ ਜਿਹੜੇ ਸੀ ਉਹ ਪਵਿੱਤਰ ਹੋ ਗਏ। ਮਹਿਮਾ ਕਥਨ ਨਾ ਜਾਈ। ਵਾਹਿਗੁਰੂ ਨਾਮ ਦੀ ਮਹਿਮਾ ਤਾਂ ਸਿੱਖੋ ਕਥਨ ਨਹੀਂ ਕੀਤੀ ਜਾ ਸਕਦੀ, ਕਹੀ ਨਹੀਂ ਜਾ ਸਕਦੀ। ਐਡਾ ਵੱਡਾ ਪਰਮੇਸ਼ਰ ਦਾ ਨਾਮ ਉਹ ਦੱਸਿਆ ਨਹੀਂ ਜਾ ਸਕਦਾ, ਕਥਨ ਨਹੀਂ ਹੁੰਦੀ ਮਹਿਮਾ। ਨਿਰਭਉ ਭਏ ਸਗਲ ਭੈ ਖੋਏ। ਨਿਰਭਉ ਹੋ ਗਏ ਸਾਰੇ ਭੈ ਹੁਣ ਖੋ ਗਏ, ਨਾਸ਼ ਹੋ ਗਏ। ਗੋਬਿੰਦ ਚਰਨ ਓਟਾਈ। ਜੋ ਪ੍ਰithvi ਦਾ ਪਾਲਕ ਹੈ, ਪ੍ਰithvi ਦੀ ਬਿੰਦ ਰੱਖਿਆ ਕਰਨ ਵਾਲਾ ਹੈ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਉਸ ਦੀ ਓਟ ਲਈ ਹੈ। ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖੋ ਸਦਾ ਨਿਰੰਕਾਰ ਦੀ ਓਟ ਰੱਖਣੀ। ਖਾਲਸੇ ਨੂੰ ਇਹ ਓਟਾਂ ਮਹਾਰਾਜ ਸਾਹਿਬ ਬਖਸ਼ਿਸ਼ ਕੀਤੀਆਂ ਕਿ ਸਭ ਤੋਂ ਪਹਿਲਾਂ ਨਿਰੰਕਾਰ ਦੀ ਓਟ ਰੱਖਣੀ ਹੈ ਸਦਾ ਹੀ, ਤੇ ਫਿਰ ਆਪਣੇ ਗਾਤਰੇ ਪਏ ਹੋਏ ਸ਼ਸਤਰ ਦੀ ਓਟ ਰੱਖਣੀ ਹੈ ਸਦਾ ਹੀ, ਫਿਰ ਸੰਗਤ ਦੀ ਓਟ ਰੱਖਣੀ ਹੈ ਸਦਾ ਹੀ। ਇਉਂ ਕਦੇ ਆਪਣੇ ਸਰੀਰ ਦੇ ਬਲ ਦਾ ਮਾਣ ਨਹੀਂ ਕਰਨਾ।
ਕਦੇ ਆਪਣੀ ਬੁੱਧੀ ਦਾ ਮਾਣ ਨਹੀਂ ਕਰਨਾ, ਨਿਰੰਕਾਰ ਦੀ ਓਟ ਰੱਖਣੀ, ਸ਼ਸਤਰ ਦੀ ਓਟ ਰੱਖਣੀ, ਸੰਗਤ ਦੀ ਓਟ ਰੱਖਣੀ, ਉਹਦੀ ਸਦਾ ਹੀ ਫਤਿਹ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਵਾਹਿਗੁਰੂ ਦੀ ਓਟ ਲਈ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਲੈਣਾ ਕੀਤਾ। ਨਾਨਕ ਜਸ ਗਾਵੈ ਠਾਕੁਰ ਕਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਹ ਪਵਿੱਤਰ ਸ਼ਬਦ ਹਜੂਰ ਕਹਿੰਦੇ, ਭਾਈ ਅਸੀਂ ਤਾਂ ਜਸ ਗਾਉਂਦੇ ਹਾਂ ਉਸ ਮਾਲਕ ਦਾ, ਵਾਹਿਗੁਰੂ ਦਾ। ਗੁਰਸਿੱਖੋ ਤੁਸੀਂ ਵੀ ਸਦਾ ਉਸੇ ਦਾ ਹੀ ਜਸ ਗਾਉਣਾ ਕਰੋ। ਰੈਣ ਦਿਨਸ ਲਿਵ ਲਾਈ। ਰਾਤ ਦਿਨ ਲਿਵ ਲਾ ਕੇ ਕਿੰਨਾ ਕੁ ਚਿਰ ਮਹਾਰਾਜ ਜਸ ਕਰਨਾ ਚਾਹੀਦਾ। ਹਜੂਰ ਕਹਿੰਦੇ ਰਾਤ ਦਿਨ ਸੁਰਤ ਜੋੜ ਕੇ ਲਿਵ ਲਾ ਕਰਕੇ ਵਾਹਿਗੁਰੂ ਦਾ ਜਸ ਗਰੀਬ ਨਵਾਜ ਕਹਿੰਦੇ ਭਾਈ ਗਾਉਣਾ ਕਰੋ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਸ਼ਬਦ ਪੜਵਾਇਆ ਸੀ ਗਰੀਬ ਨਵਾਜ ਜੀ ਨੇ, ਤੇ ਹਜੂਰ ਇਹ ਸ਼ਬਦ ਦਾ ਗਾਇਨ ਕਰਵਾਉਂਦੇ ਹੋਏ ਆਪਣੇ ਖਾਲਸੇ ਨੂੰ ਸਤਿਗੁਰੂ ਜੀ ਆਪਣੇ ਸ਼੍ਰੀ ਕੰਠ ਤੋਂ ਅੰਤਮ ਉਪਦੇਸ਼ ਦਿੰਦੇ ਹੋਏ ਗਰੀਬ ਨਵਾਜ ਸੱਚੇ ਪਾਤਸ਼ਾਹ, ਚੋਜੀ ਪਾਤਸ਼ਾਹ, ਅੰਮ੍ਰਿਤ ਦੇ ਦਾਤੇ, ਪੁੱਤਰਾਂ ਦੇ ਦਾਨੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧਰਮ ਰੱਖਿਅਕ ਸਤਿਗੁਰੂ ਜੀ ਨੇ ਗਰੀਬ ਨਵਾਜ ਜੀ ਨੇ ਸੱਚਖੰਡ ਨੂੰ ਚਾਲਾ ਮਾਰਿਆ ਸੀ। ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਪਿਆਰ ਦਿੰਦੇ ਗੁਰਸਿੱਖਾਂ ਨੂੰ, ਮਹਾਰਾਜ ਸ਼ਬਦ ਦੀ ਪ੍ਰੀਤ ਦਿੰਦੇ ਐ, ਸਤਿਗੁਰੂ ਜੀ ਉਹਨਾਂ ਨੂੰ ਅੱਜ ਵੀ ਆਪਣੇ ਕੋਲ ਹੀ ਗਰੀਬ ਨਵਾਜ ਦਿਸਦੇ ਐ। ਸ਼ਬਦ ਵਿੱਚ ਵੀ ਸਤਿਗੁਰਾਂ ਜੀ ਨੇ ਇਹੀ ਆਗਿਆ ਕੀਤੀ ਹੈ, ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਆਗਿਆ ਦਾ ਪਾਲਣ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਸਾਡੀ ਸ਼ਬਦ ਨਾਲ ਪ੍ਰੀਤ ਲਾ ਦੇਣ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਸਪਰਸ਼ ਪਾ ਸਕੀਏ। ਮਰਦ ਅਗੰਬੜੇ ਸਤਿਗੁਰੂ ਜੀ ਦਾ ਅੱਜ ਮਹਾਰਾਜ ਸਾਹਿਬ ਜੀ ਦਾ ਜੋਤੀ ਜੋਤ ਗੁਰਪੁਰਬ ਹੋਣ ਕਰਕੇ ਜੋ ਲੜੀਵਾਰ ਇਤਿਹਾਸ ਦੀ ਕਥਾ ਜਿਹੜੀ ਹੈ ਉਹ ਅੱਜ ਪ੍ਰਸੰਗ ਨਹੀਂ ਕੀਤਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਸ਼ਬਦ ਦੀ ਕਥਾ ਹੋਈ। ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੀ ਕਥਾ ਹੋਈ ਹੈ। ਸੰਖੇਪ ਰੂਪ ਵਿੱਚ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਨਿਰਭਉ ਭਏ ਸਗਲ ਭੈ ਖੋਏ, ਗੋਬਿੰਦ ਚਰਨ ਓਟਾਈ। ਨਾਨਕ ਜਸ ਗਾਵੈ ਠਾਕੁਰ ਕਾ, ਰੈਣ ਦਿਨਸ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਬੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹਿਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।